Praise the Lord, House of Glory Punjabi Church. मसीह की हाउस ऑफ ग्लोरी पंजाबी चर्च। This is our stage 4 topic. ये अपना स्टेज चौथी स्टेज का टॉपिक है And this is called working with difficult or problem people or difficult or problem leaders. ਇਹਦੇ ਬਾਰੇ ਆਪਾਂ ਗੱਲ ਕਰਾਂਗੇ। ਦਾ ਟੌਪਿਕ ਜੋ ਹੈ ਉਹ ਹੈਗਾ ਐਸੀ ਸਮੱਸਿਆਵਾਂ ਤੇ ਮੁਸ਼ਕਿਲ ਜੋ ਆਪਾਂ ਜਦੋਂ ਅਗਵੇ ਦੇ ਨਾਲ ਕੰਮ ਕਰਦੇ ਆ ਤੇ ਉਸ ਵਿਚਕਾਰ ਹੁੰਦੀਆਂ ਨੇ। I hope this will come as a blessing to you. We will not use a lot of scriptures in this, but there will be a lot of experience from my life that I will be sharing in this topic. ਮੈਂ ਆਸ਼ਾ ਰੱਖਦਾ ਉਮੀਦ ਕਰਦਾ ਕਿ ਇਹ ਇੱਕ ਬਲੇਸਿੰਗ ਹੋਏਗਾ, ਇਹ ਟੌਪਿਕ ਇੱਕ ਆਸ਼ੀਸ਼ ਹੋਏਗਾ ਤੇ ਇਹਦੇ 'ਚ ਜ਼ਿਆਦਾ ਆਪਾਂ ਰੈਫਰੈਂਸਸ ਨਹੀਂ ਯੂਜ਼ ਕਰਾਂਗੇ, ਪਰ ਮੈਂ ਆਪਣੇ ਉਦਾਹਰਣ ਦਊਂਗਾ ਆਪਣੇ ਨਿੱਜੀ ਜ਼ਿੰਦਗੀ ਦੇ ਵਿੱਚੋਂ। I want to start by saying that we also in our church have a leadership training in London. ਮੈਂ ਇਸ ਗੱਲ ਤੋਂ ਕਹਿ ਕੇ ਸ਼ੁਰੂ ਕਰਨਾ ਚਾਹੂੰਗਾ ਕਿ ਸਾਡੇ ਇੱਥੇ ਜੋ ਲੰਡਨ ਜੋ ਚਰਚ ਹੈ ਉਹਦੇ ਵਿੱਚ ਵੀ ਸਾਡੀ ਇੱਕ ਟ੍ਰੇਨਿੰਗ ਚੱਲ ਰਹੀ ਹੈ, ਇੱਕ ਅਗਵੇ। And Pastor Mike does the major part of the teaching. ਪਾਸਟਰ ਮਾਈਕ ਨੇ ਉਹ ਜ਼ਿਆਦਾਤਰ ਉਸ ਟੀਚਿੰਗ ਦਾ ਭਾਗ ਕਰ ਰਹੇ ਹੈ। And I do some, and there are a few others who are doing some other topics. ਕੁਝ ਇੱਕ ਮੈਂ ਕਰਦਾ ਤੇ ਹੋਰ ਵੀ ਕੁਝ ਜਣੇ ਨੇ ਜੋ ਕਿ ਦੂਸਰੇ ਮੁੱਦਿਆਂ ਨੂੰ ਖੜਾ ਕਰਦੇ ਹੈ। And there was a time when I was given few topics, and somebody was given more than me, and I did not like that. ਇੱਕ ਐਸਾ ਸਮਾਂ ਵੀ ਸੀਗਾ ਕਿ ਜਦੋਂ ਮੈਨੂੰ ਕੁਝ ਥੋੜਾ ਹੀ ਮੈਨੂੰ ਟੌਪਿਕ ਦਿੱਤੇ ਜਾਂਦੇ ਸੀਗੇ ਕਰਨ ਦੇ ਲਈ, ਤੇ ਪਰ ਅੱਜ ਐਸਾ ਸਮਾਂ ਕਿ ਜਦ ਮੈਨੂੰ ਬਹੁਤ ਸਾਰਾ ਟੌਪਿਕਸ ਦਿੱਤੇ ਜਾਂਦੇ ਹੈ ਤੇ ਕੁਝ ਇੱਕ ਹੈ ਜੋ ਮੇਰੇ ਤੋਂ ਖੁਸ਼ ਨਹੀਂ ਹੁੰਦੇ ਕਈ ਵਾਰੀ। So no, I was not happy that I did not get more topics to teach, but somebody else was given more topics to teach. ਮੈਂ ਵੀ ਕਈ ਵਾਰੀ ਮੈਨੂੰ ਪਾਸਟਰ ਜੀ ਕਹਿਣ ਦਾ ਮਤਲਬ ਹੈ ਕਿ ਉਹਨਾਂ ਨੂੰ ਮੈਨੂੰ ਖੁਸ਼ੀ ਨਹੀਂ ਮਿਲਦੀ ਸੀ, ਕਈ ਵਾਰੀ ਮੈਂ ਇਸ ਚੀਜ਼ ਨੂੰ ਲੈ ਕੇ ਉਦਾਸ ਹੋ ਜਾਂਦਾ ਸੀਗਾ ਕਿ ਮੈਨੂੰ ਘੱਟ ਟੌਪਿਕ ਦਿੱਤੇ ਤੇ ਦੂਸਰੇ ਨੂੰ ਜ਼ਿਆਦਾ ਦਿੱਤਾ ਗਿਆ ਕਰਨ ਦੇ ਲਈ। But at that time it was the right thing of Pastor Mike to give me what I had to be given, because looking back now my life has become so busy, and even the topics that I have, I want to give them away to somebody else. ਹੁਣ ਜਦੋਂ ਮੈਂ ਪਿੱਛੇ ਦੇਖਦਾ ਤੇ ਮੈਨੂੰ ਲੱਗਦਾ ਕਿ ਉਹ ਸਭ ਠੀਕ ਸੀਗਾ ਜੋ ਪਾਸਟਰ ਮਾਈਕ ਨੇ ਕੀਤਾ, ਕਿ ਉਸ ਸਮੇਂ ਦੇ ਦੌਰਾਨ ਜੋ ਮੈਨੂੰ ਜਿੰਨਾ ਦਿੱਤਾ ਗਿਆ ਤੇ ਜੋ ਟੌਪਿਕ ਦਿੱਤੇ ਗਏ, ਕਿਉਂਕਿ ਜੋ ਮੈਂ ਪਿੱਛੇ ਦੇਖਦਾ ਮੇਰੀ ਲਾਈਫ ਦੇ ਵਿੱਚ ਤੇ ਉਹਦੇ ਮੁਤਾਬਿਕ ਉਹ ਠੀਕ ਸੀਗਾ, ਕਿਉਂਕਿ ਹੁਣ ਮੈਂ ਬਹੁਤ ਹੀ ਜ਼ਿਆਦਾ ਬਿਜ਼ੀ ਹਾਂ। And so what Pastor Mike was led to do was the right thing, and I thought that I was treated unfair in some ways, even though I'd never told him this. ਐਵੇਂ ਲੱਗਦਾ ਸੀਗਾ ਕਿ ਜੋ ਪਾਸਟਰ ਮਾਈਕ ਨੇ ਜੋ ਕੀਤਾ ਉਹ ਠੀਕ ਸੀਗਾ ਉਸ ਟਾਈਮ, ਪਰ ਮੈਨੂੰ ਐਵੇਂ ਲੱਗਦਾ ਸੀਗਾ ਕਿ ਮੇਰੇ ਨਾਲ ਕੁਝ ਗਲਤ ਹੋਇਆ ਹੈ ਉਸ ਟਾਈਮ। And there are a lot of other things that I'm doing in London church that I want to little by little hand over, because my focus is becoming more overseas work, church planting work, and it is just becoming impossible to manage London things and overseas things. ਇੱਕ ਸਮਾਂ ਕਿ ਮੈਂ ਇੰਨਾ ਮੀਨਸ ਕਿ ਬਿਜ਼ੀ ਰਹਿਣ ਲੱਗਾ ਕਿ ਮੈਂ ਚਾਹੁੰਦਾ ਕਿ ਆਪਣੀ ਜੋ ਕੁਝ ਇੱਕ ਜ਼ਿੰਮੇਵਾਰੀਆਂ ਨੇ ਉਹ ਮੈਂ ਦੂਸਰਿਆਂ ਨੂੰ ਵੀ ਦੇਵਾਂ, ਉਹਨਾਂ ਨੂੰ ਵੀ ਸਿਖਾਵਾਂ ਤੇ ਉਹਨਾਂ ਨੂੰ ਉਸ ਥਾਂ ਤੇ ਰੱਖਾਂ, ਕਿਉਂਕਿ ਹੁਣ ਲੰਡਨ ਟੀਮ ਦੇ ਵਿੱਚ ਵੀ ਉਹ ਕਰਨਾ ਤੇ ਜਿਵੇਂ ਸਾਈਪ੍ਰਸ ਦੇ ਵਿੱਚ ਓਵਰਸੀਜ਼ ਬਾਹਰ ਦੂਸਰੀ ਕੰਟਰੀਜ਼ ਦੇ ਵਿੱਚ ਵੀ ਉਹ ਕਰਨਾ ਚਰਚਿਸ ਦੇ ਲਈ ਉਹ ਬਹੁਤ ਜ਼ਿਆਦਾ ਹੋ ਜਾਂਦਾ ਹੈ। So I could have been one of the problem leaders for Pastor Mike if I had to open my mouth. ਮੈਂ ਉਸ ਸਮੇਂ ਆਪਣਾ ਪਾਸਟਰ ਜੀ ਨੇ ਪਹਿਲਾਂ ਕਿਹਾ ਕਿ ਮੈਂ ਆਪਣਾ, ਪਰ ਮੈਂ ਉਸ ਟਾਈਮ ਉਹਨਾਂ ਨੂੰ ਸ਼ੇਅਰ ਨਹੀਂ ਕੀਤਾ, ਦੱਸਿਆ ਨਹੀਂ, ਤੇ ਹੁਣ ਉਹ ਕਹਿ ਰਹੇ ਕਿ ਜੇ ਮੈਂ ਉਸ ਟਾਈਮ ਦੱਸਿਆ ਹੁੰਦਾ ਤੇ ਹੋ ਸਕਦਾ ਕਿ ਮੈਂ ਇੱਕ ਪ੍ਰੋਬਲਮ ਲੀਡਰ, ਇੱਕ ਸਮੱਸਿਆਕਾਰੀ ਇੱਕ ਅਗਵਾ ਬਣ ਜਾਂਦਾ ਕਿ ਜਿਹਦੇ ਨਾਲ ਹੈਂਡਲ ਕਰਨਾ ਸੌਖਾ ਨਹੀਂ ਹੈ। Sometimes we do not see the long term thing that is going to happen, and as leaders sometimes we see something a little bit further down the road that people don't see. ਤੇ ਕਈ ਦਫਾ ਐਵੇਂ ਹੁੰਦਾ ਹੈ ਕਿ ਆਪਾਂ ਉਸ ਚੀਜ਼ ਨੂੰ
ਜਦੋਂ ਆਪਾਂ ਸਿੱਖ ਰਹੇ ਹੁੰਦੇ ਆਪਾਂ ਉਸ ਚੀਜ਼ ਨੂੰ ਦੇਖ ਨਹੀਂ ਸਕਦੇ ਕਿ ਅੱਗੇ ਆਉਣ ਵਾਲੀਆਂ ਚੀਜ਼ਾਂ ਕੀ ਹੈ, ਪਰ ਇੱਕ ਅਗੁਵਾ ਇੱਕ ਉਹ ਹੁੰਦਾ ਜੋ ਅਗੁਵਾ ਇੱਕ ਉਹ ਦੇਖ ਸਕਦਾ ਹੈ ਰੋਡ ਦੇ ਪਰਲੀ ਤਰਫ ਵੀ ਕਿ ਐਂਡ 'ਚ ਕੀ ਹੈ ਉਹ ਵੀ ਦੇਖ ਸਕਦਾ ਹੈ। And we have the responsibility to manage people very well, to not to burden them, and to give them what the Lord would allow us to give them, so that they can handle it well. ਅਗਵਾ ਹੋਣ ਦੇ ਨਾਤੇ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਲੋਕਾਂ ਦੇ ਉੱਤੇ ਜ਼ਿਆਦਾ ਜ਼ੋਰ ਨਾ ਪਾਇਆ ਜਾਏ, ਉਹਨਾਂ ਦੇ ਉੱਤੇ ਜ਼ਿਆਦਾ ਦਬਾਅ ਨਾ ਪਾਇਆ ਜਾਏ, ਪਰ ਉਹਨਾਂ ਦਿੱਤਾ ਜਾਏ ਕਿ ਜਿੰਨਾ ਉਹ ਕਰ ਸਕਦੇ ਤੇ ਉਹ ਦਿੱਤਾ ਜਾਏ ਜੋ ਕਿ ਇੱਕ ਪਰਮੇਸ਼ਰ ਦੀ ਤਰਫ ਤੋਂ ਜੋ ਪਰਮੇਸ਼ਰ ਦੇਣਾ ਚਾਹੁੰਦੇ ਹੈ ਅੱਗੇ ਦੇ ਲਈ ਉਹੀ ਉਹਨਾਂ ਨੂੰ ਸਿਖਾਇਆ ਜਾਏ। Of course, there are some people who do sometimes less, but then there are some others who think they can do a lot, and we need to find the right balance to manage people. ਦੇ ਕੁਝ ਹੁੰਦੇ ਕਿ ਜੋ ਜ਼ਿਆਦਾ ਕਰ ਸਕਦੇ ਆ ਕਲੀਸਿਆ ਦੇ ਵਿੱਚ, ਕੁਝ ਕਿ ਹੈ ਜੋ ਉਹ ਘੱਟ ਕਰ ਸਕਦੇ, ਤੇ ਉਹਨਾਂ ਦੇ ਵਿੱਚ ਇੱਕ ਬੈਲੈਂਸ ਦੇਖਣਾ ਪੈਂਦਾ ਕਿ ਕੌਣ ਕਿੰਨਾ ਕਰ ਸਕਦਾ ਹੈ। How wonderful it would have been if all our leaders, or the people we work with, would serve the Lord with full passion, with love, with obedience, and putting Jesus first, and having a servant heart. ਕਿੰਨੀ ਚੰਗੀ ਗੱਲ ਹੁੰਦੀ ਕਿ ਜੇ ਜਿੰਨੇ ਵੀ ਅਗੂਰ ਹੈ ਸਾਰੇ ਉਹ ਪੂਰੇ ਜੋਸ਼ ਦੇ ਨਾਲ ਤੇ ਪ੍ਰੇਮ ਦੇ ਨਾਲ ਉਸ ਨੂੰ ਇੱਕ ਉਸ ਸੇਵਾ ਨੂੰ ਕਰ ਸਕਦੇ, ਤੇ ਇੱਕ ਐਸੇ ਦਿਲ ਦੇ ਨਾਲ ਜੋ ਕਿ ਇੱਕ ਸੇਵਾ ਕਰਨ ਵਾਲਾ ਹੈ, ਉਸ ਮਨ ਦੇ ਨਾਲ ਸਭ ਇਕੱਠੇ ਹੋ ਕੇ ਕਰ ਸਕਦੇ। But unfortunately, that's not the way always. ਪਰ ਬਦਕਿਸਮਤੀ ਨਾਲ ਕੀ ਹੁੰਦਾ ਹੈ ਕਿ ਇਸ ਤਰੀਕੇ ਨਹੀਂ ਹੁੰਦਾ ਕਿ ਸਾਰੇ ਉਸੇ ਜੋਸ਼ ਨਾਲ ਤੇ ਓਬੀਡੀਐਂਸ ਦੇ ਨਾਲ ਕਰਨ। Many times the people we work with, the leaders we work with, are difficult people. ਕਈ ਦਫਾ ਐਵੇਂ ਹੁੰਦਾ ਹੈ ਕਿ ਜਿਨ੍ਹਾਂ ਅਗਵੇ ਦੇ ਨਾਲ ਆਪਾਂ ਕੰਮ ਕਰਦੇ ਹਾਂ ਜਾਂ ਜਿਨ੍ਹਾਂ ਦੇ ਨਾਲ ਆਪਾਂ ਜੁੜੇ ਨੇ ਉਹਨਾਂ ਦੇ ਨਾਲ ਹੈਂਡਲ ਕਰਨਾ ਬੜਾ ਮੁਸ਼ਕਿਲ ਹੁੰਦਾ ਹੈ, ਕੰਮ ਕਰਨਾ ਮੁਸ਼ਕਿਲ ਹੁੰਦਾ ਹੈ। And there is no such a leader as a perfect leader anyway. ਤੇ ਐਸਾ ਕੋਈ ਵੀ ਹਾਲਾਂਕਿ ਐਵੇਂ ਨਹੀਂ ਹੈ ਕਿ ਕੋਈ ਇਸ ਤੇ ਪੂਰੀ ਦੁਨੀਆ ਵਿੱਚ ਕੋਈ ਐਸਾ ਪਰਫੈਕਟ ਲੀਡਰ ਹੋਏ, ਐਸਾ ਕੋਈ ਵੀ ਨਹੀਂ ਹੈ। People have mistakes in them, they fall from grace, they are human beings. ਤੋਂ ਗਲਤੀਆਂ ਹੁੰਦੀਆਂ ਕਿਉਂਕਿ ਉਹ ਇਨਸਾਨ ਨੇ ਤੇ ਉਹ ਅਨੁਗ੍ਰਹ ਤੋਂ ਉਸ ਗਲਤੀਆਂ ਦੇ ਕਾਰਨ ਪਰਮੇਸ਼ਰ ਦੇ ਅਨੁਗ੍ਰਹ ਤੋਂ ਗਿਰ ਵੀ ਜਾਂਦੇ ਹੈ। Sometimes you have personality clashes with people. ਤੇ ਕਈ ਦਫਾ ਕੀ ਹੁੰਦਾ ਕਿ ਆਪਣੇ ਜੋ ਵਿਵਹਾਰ ਹੈ, ਜੋ ਆਪਣਾ ਇੱਕ ਸੁਭਾਅ ਹੁੰਦਾ ਹੈ, ਉਹਦੇ ਕਰਕੇ ਆਪਣੇ ਕਲੈਸ਼ੀ ਹੋ ਜਾਂਦੇ ਹੈ, ਮਤਭੇਦ ਹੋ ਜਾਂਦੇ ਲੋਕਾਂ ਦੇ ਨਾਲ। Sometimes people are selfish, they have got selfish ambitions for ministry and for other things. ਕਈ ਵਾਰੀ ਕੀ ਹੁੰਦਾ ਹੈ ਕਿ ਸੇਵਕਾਈ ਨੂੰ ਲੈ ਕੇ ਪਰ ਉਹਨਾਂ ਦਾ ਪਿੱਛੇ ਇੱਕ ਆਪਣਾ ਹੀ ਮਤਲਬ ਹੁੰਦਾ, ਉਹ ਸੈਲਫਿਸ਼ ਹੁੰਦੇ ਹੈ। And sometimes our old nature, our old man rises up as well. ਕਈ ਵਾਰੀ ਕੀ ਹੁੰਦਾ ਕਿ ਆਪਣੇ ਅੰਦਰ ਉਹ ਜੋ ਆਪਾਂ ਜੋ ਪੁਰਾਣਾ ਜੋ ਮਨੁੱਖ ਤੱਕ ਸੀਗਾ ਉਹ ਵੀ ਜ਼ਿੰਦਾ ਹੋ ਜਾਂਦਾ ਹੈ, ਉਸ ਪੁਰਾਣਾ ਸੁਭਾਅ ਆ ਜਾਂਦਾ ਹੈ। That is why we have taught you so many things about loving each other, helping each other, supporting each other, praying for each other, and doing all for the glory of God. And I hope that you will not be difficult people and problem leaders to work with in the future. ਤੇ ਤੁਹਾਨੂੰ ਮੈਂ ਬਹੁਤ ਸਾਰਾ ਸਿਖਾਇਆ, ਪਾਸਟਰ ਜੀ ਬਹੁਤ ਸਿਖਾਇਆ, ਟੀਚ ਕੀਤਾ ਕਿ ਇੱਕ ਦੂਸਰੇ ਦੇ ਨਾਲ ਪ੍ਰੇਮ ਰੱਖਣਾ, ਇੱਕ ਦੂਸਰੇ ਦੇ ਨਾਲ ਇੱਕ ਦੂਸਰੇ ਦੇ ਲਈ ਪ੍ਰਾਰਥਨਾਵਾਂ ਕਰਨੀ ਹੈ, ਤਾਂ ਕਿ ਤੁਸੀਂ ਉਹ ਆਪਾਂ ਉਹ ਸਮੱਸਿਆ ਕਰਨ ਵਾਲੇ ਇੱਕ ਮੁਸ਼ਕਿਲਾਂ ਵਾਲੇ ਉਹ ਪਰਸਨ ਨਾ ਬਣੀਏ ਜਿਹਦੇ ਨਾਲ ਗੱਲਬਾਤ ਕਰਨੀ ਮੁਸ਼ਕਿਲ ਹੋਏ। People are who God has made, and God loves people even though they are imperfect. ਤੇ ਮਨੁੱਖ ਉਹੀ ਹੈ ਜੋ ਪਰਮੇਸ਼ਰ ਨੇ ਬਣਾਇਆ ਹੈ ਤੇ ਪਰਮੇਸ਼ਰ ਉਹਨੂੰ ਪਿਆਰ ਕਰਦਾ ਹੈ, ਬੇਸ਼ੱਕ ਕਿ ਉਹ ਹਾਲਾਂਕਿ ਆਪਣੇ ਤੋਂ ਕਈ ਇਨਸਾਨਾਂ ਤੋਂ ਬਹੁਤ ਸਾਰੀ ਗਲਤੀਆਂ ਵੀ ਹੋ ਜਾਂਦੀਆਂ। The Lord loves Queen Elizabeth of England, UK, the same way He loves you and me. ਜਿਵੇਂ ਪਰਮੇਸ਼ਰ ਜੋ ਕੁਈਨ ਹੈ ਲੰਡਨ ਦੇ ਐਲਿਜ਼ਾਬੈਥ, ਉਹਨਾਂ ਨੂੰ ਜਿਵੇਂ ਪ੍ਰੇਮ ਕਰਦੇ ਉਵੇਂ ਹੀ ਉਹ ਆਪਾਂ ਨੂੰ ਵੀ ਕਰਦੇ ਹੈ। Or the guy on the who is homeless, who has got nothing to eat or no place to sleep. God loves him the same way He loves Queen Elizabeth. ਜਾਂ ਫਿਰ ਕੋਈ ਸੜਕ ਤੇ ਰਹਿਣ ਵਾਲਾ ਵੀ ਮਨੁੱਖ ਹੋਏ ਜਿਹਦੇ ਕੋਲ ਕੁਝ ਵੀ ਨਹੀਂ ਹੈ, ਬਹੁਤ ਹੀ ਗਰੀਬ ਹੈ, ਤੇ ਉਹਦੇ ਤੋਂ ਵੀ ਪਰਮੇਸ਼ਰ ਉਨਾ ਹੀ ਪ੍ਰੇਮ ਕਰਦੇ ਹੈ ਜਿੰਨਾ। Now, however, people like to do things differently sometimes. ਕਈ ਵਾਰੀ ਜੋ ਲੋਕੀ ਨੇ ਉਹ ਕਿਸੇ ਚੀਜ਼ ਨੂੰ ਹੋਰ ਤਰੀਕੇ ਨਾਲ ਕਰਨਾ ਪਸੰਦ ਕਰਦੇ ਹੈ। And if we don't want, if we have people who do things a bit differently than us, we become a little bit uncomfortable.
ਫਿਰ ਐਵੇਂ ਹੁੰਦਾ ਕਿ ਜੇ ਅਗਲਾ ਪਰਸਨ ਉਹ ਉਸ ਚੀਜ਼ ਨੂੰ ਅੱਡ ਤਰੀਕੇ ਨਾਲ ਕਰ ਰਿਹਾ ਤੇ ਉਸ ਚੀਜ਼ ਦੇ ਨਾਲ ਕਈ ਵਾਰੀ ਆਪਾਂ ਨੂੰ ਅਨਕੰਫਰਟ ਹੋ ਜਾਂਦਾ ਹੈ ਕਿ ਆਪਾਂ ਨੂੰ ਉਹ ਠੀਕ ਨਹੀਂ ਲੱਗਦਾ। Sometimes people take risks, and not everybody likes to take risks. ਤੇ ਕਈ ਵਾਰੀ ਲੋਕਾਂ ਨੂੰ ਕੀ ਰਿਸਕ ਲੈਣਾ ਪਸੰਦ ਹੈ, ਉਹ ਰਿਸਕ ਲੈਂਦੇ ਆ ਪਰ ਹਰ ਕੋਈ ਰਿਸਕ ਲੈਣਾ ਪਸੰਦ ਨਹੀਂ ਕਰਦਾ ਆਪਣੀ ਲਾਈਫ 'ਚ। If you are getting to know me now, you would know that I'm a risk taker. ਜੇ ਜਿੰਨਾ ਕੁ ਤੁਸੀਂ ਮੈਨੂੰ ਜਾਣਦੇ ਹੋ ਤੇ ਤੁਸੀਂ ਇਹਨਾਂ ਜਾਣ ਲਿਆ ਹੋਵੇਗਾ ਕਿ ਮੈਨੂੰ ਰਿਸਕ ਲੈਣਾ ਪਸੰਦ ਹੈ, ਮੈਂ ਰਿਸਕ ਲੈਣ ਵਾਲਾ ਬੰਦਾ। I thrive on taking risks. ਮੈਂ ਰਿਸਕ ਲੈਣਾ ਪਸੰਦ ਕਰਦਾ। But some people wouldn't like taking risk, and they wouldn't like quick changes. They might process things a bit slower. ਹੁੰਦੇ ਆ ਕਿ ਜਿਨ੍ਹਾਂ ਨੂੰ ਕੁਝ ਵੀ ਚੇਂਜ ਕਰਨਾ ਜਲਦੀ ਨਹੀਂ ਉਹ ਚੇਂਜ ਕਰ ਪਾਉਂਦੇ, ਚੇਂजेस ਪਸੰਦ ਨਹੀਂ ਹੁੰਦੇ ਤੇ ਰਿਸਕ ਲੈਣਾ ਵੀ ਪਸੰਦ ਨਹੀਂ ਕਰਦੇ। As a leader, we need wisdom how to do things in church as well, that we don't put pressure on people and make them do things quickly because we would like things to happen quickly. ਇੱਕ ਅਗਵਾ ਹੋਣ ਦੇ ਨਾਤੇ ਇਹ ਆਪਣੀ ਜ਼ਿੰਮੇਵਾਰੀ ਬਣਦੀ ਹੈ, ਅਗਵੇ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਗੱਲ ਨੂੰ ਧਿਆਨ ਰੱਖੇ ਕਿ ਉਹਨਾਂ ਦੇ ਉੱਪਰ ਦਬਾਅ ਨਾ ਪਾਏ ਜੋ ਚੇਂजेस ਨਹੀਂ ਚਾਹੁੰਦੇ ਜਲਦੀ, ਕਿਉਂਕਿ ਬਸ ਅਗਵਾ ਚਾਹੁੰਦਾ ਕਿ ਸਭ ਜਲਦੀ ਹੋਏ, ਤਾਂ ਕਰਕੇ ਐਵੇਂ ਨਾ ਹੋਏ ਕਿ ਆਪਾਂ ਅਗਲੇ ਪਰਸਨ ਦੇ ਉੱਤੇ ਉਸ ਚੀਜ਼ ਲਈ ਜ਼ੋਰ ਪਾਈਏ। Especially the big changes need a lot of thinking and a lot of planning and a lot of a transition. If we move quick, then we will upset people. They will not come with us. ਕਈ ਵਾਰੀ ਐਵੇਂ ਹੁੰਦਾ ਕਿ ਜਦੋਂ ਕੋਈ ਵੱਡੀ ਚੀਜ਼ ਆਪਾਂ ਕਰਦੇ ਆ ਜਾਂ ਫਿਰ ਵੱਡੇ ਚੇਂजेस ਆਪਾਂ ਕਰਨ ਜਾ ਰਹੇ ਹੁੰਦੇ ਆ ਤੇ ਉਹਦੇ ਲਈ ਇੱਕ ਸਮਾਂ ਲੱਗਦਾ, ਕਿਉਂਕਿ ਜੇ ਆਪਾਂ ਇੱਕ ਅਚਾਨਕ ਤੋਂ ਉਹ ਚੇਂजेस ਕਰਾਂਗੇ ਜਾਂ ਫਿਰ ਟ੍ਰਾਂਜੀਸ਼ਨ ਕੇ ਇੱਕ ਸਟੇਜ ਤੋਂ ਬਿਲਕੁਲ ਹੀ ਦੂਸਰੀ ਸਟੇਜ ਤੇ ਜਲਦੀ ਜਾਵਾਂਗੇ ਤੇ ਹੋ ਸਕਦਾ ਕਿ ਉਹਦੇ ਵਿੱਚ ਉਹ ਆਪਣੇ ਨਾਲ ਨਾ ਚੱਲ ਸਕਣ, ਉਹ ਛੱਡ ਕੇ ਚਲੇ ਜਾਣ। And preparing the people for the big changes is very important so that they will come on board with you. They might take a little bit of time, but it's important that preparing them by repeating things again and again to them, like I do many times. I've repeated a lot of things, so it's part of preparation to take them to the new level that God wants us to. ਜ਼ਰੂਰੀ ਹੈ ਕਿ ਲੋਕਾਂ ਨੂੰ ਉਸ ਚੇਂਜ ਦੇ ਲਈ, ਉਸ ਲੈਵਲ ਤੇ ਲੈ ਕੇ ਜਾਣ ਦੇ ਲਈ ਉਹ ਸਭ ਚੀਜ਼ਾਂ ਹੌਲੀ ਕੀਤੀ ਜਾਏ, ਉਹਨਾਂ ਨੂੰ ਪਹਿਲਾਂ ਉਹਦੇ ਲਈ ਤਿਆਰੀ ਕਰਵਾਈ ਜਾਏ, ਇੱਕ ਪ੍ਰਿਪੇਅਰ ਕੀਤਾ ਜਾਏ, ਉਹਨਾਂ ਨੂੰ ਤਿਆਰ ਕੀਤਾ ਜਾਏ ਤਾਂ ਕਿ ਉਸ ਥਾਂ ਤੇ ਉਹ ਆ ਸਕਣ, ਆਪਣੇ ਨਾਲ ਚੱਲ ਸਕਣ। ਤੇ ਕਈ ਵਾਰੀ ਆਪਾਂ ਦੇਖਿਆ ਕਿ ਪਾਸਟਰ ਜੀ ਆਪਾਂ ਨੂੰ ਜਦੋਂ ਤਿਆਰ ਕਰਨ ਦੇ ਲਈ ਹਰ ਇੱਕ ਚੀਜ਼ ਨੂੰ ਕਿੰਨੀ ਵਾਰੀ ਰਿਪੀਟ ਕਰਦੇ ਆ, ਕਈ ਵਾਰੀ ਉਹ ਸਿਰਫ ਇੱਕ ਪ੍ਰਿਪਰੇਸ਼ਨ ਦਾ ਹਿੱਸਾ ਹੈ। People are different, and so we cannot expect everyone to behave the same way. ਕਿਉਂਕਿ ਹਰ ਲੋਕ ਵੱਖਰਾ ਹੁੰਦਾ ਹੈ ਤੇ ਆਪਾਂ ਉਮੀਦ ਨਹੀਂ ਕਰ ਸਕਦੇ ਕਿ ਹਰੇਕ ਹੀ ਉਹ ਉਸੇ ਮੁਤਾਬਿਕ ਚੇਂਜ ਹੋਏ। But there are certain things that we need to agree with each other in unity and do things as the Lord would expect us to do, and that is where we need to get things right, even though we might have some selfish ambitions, selfish motives, something else in our mind. We need to lay all that aside and for the glory of God support that. ਕਈ ਵਾਰੀ ਇੱਕ ਐਵੇਂ ਵੀ ਆਪਾਂ ਨੂੰ ਇਸ ਗੱਲ ਨੂੰ ਵੀ ਸਮਝਣਾ ਕਿ ਇੱਕ ਐਸਾ ਵੀ ਸਤਰ ਹੈ ਲੈਵਲ ਜਿਸ ਤੇ ਕਿ ਆਪਾਂ ਨੂੰ ਉਹਨਾਂ ਦੀ ਗੱਲ ਨੂੰ ਸਮਝਣਾ ਹੈ, ਉਹਨਾਂ ਦੇ ਨਾਲ ਐਗਰੀਮੈਂਟ ਚ ਆਣਾ, ਯੂਨਿਟੀ ਦੇ ਵਿੱਚ ਰਹਿਣਾ ਹੈ ਤਾਂ ਕਿ ਆਪਾਂ ਉਹਨਾਂ ਦੇ ਨਾਲ ਚੱਲ ਸਕੀਏ ਪਰਮੇਸ਼ਰ ਨੂੰ ਮਹਿਮਾ ਦੇਣ ਦੇ ਲਈ। ਕਿ ਆਪਣੀ ਸਾਰੀ ਜੋ ਆਪਣੇ ਸੈਲਫ ਐਂਬੀਸ਼ਨਸ ਹੈ ਜਾਂ ਫਿਰ ਆਪਾਂ ਆਪਣੀ ਕੁਝ ਹੋਰ ਪਲੈਨਿੰਗ ਹੈ ਉਹ ਸਾਰੀ ਇੱਕ ਸਾਈਡ ਦੇ ਵਿੱਚ ਰੱਖ ਕੇ ਉਹਨਾਂ ਦੇ ਨਾਲ ਐਗਰੀਮੈਂਟ ਦੇ ਵਿੱਚ, ਯੂਨਿਟੀ ਦੇ ਵਿੱਚ ਆਪਾਂ ਅੱਗੇ ਚੱਲ ਸਕੀਏ। When you find yourself in a very problematic situation with somebody, it is wise to try and take them aside and talk to them privately without making it as a group meeting. ਕਈ ਦਫਾ ਐਵੇਂ ਹੋਏ ਵੀ ਜੇ ਐਵੇਂ ਹੋਏ ਵੀ ਐਸੀ ਸਿਚੁਏਸ਼ਨ ਕਿ ਆਪਾਂ ਨੂੰ ਕਿਸੇ ਦੇ ਨਾਲ ਪ੍ਰੋਬਲਮ ਹੈ ਜਾਂ ਫਿਰ ਕੋਈ ਸਮੱਸਿਆ ਆ ਗਈ ਹੈ ਤੇ ਆਪਾਂ ਨੂੰ ਕੀ ਕਰਨਾ ਹੈ ਕਿ ਉਸ ਬੰਦੇ ਨੂੰ ਤੁਸੀਂ ਅੱਡ ਲੈ ਕੇ ਜਾਓ, ਉਹਦੇ ਨਾਲ ਪ੍ਰਾਈਵੇਟਲੀ ਗੱਲ ਕਰੋ। ਐਵੇਂ ਨਹੀਂ ਕਿ ਤੁਸੀਂ ਗਰੁੱਪ ਦੇ ਵਿੱਚ ਉਹਦੇ ਨਾਲ ਗੱਲਬਾਤ ਕੀਤੀ, ਪਰ ਉਹਨੂੰ ਪ੍ਰਾਈਵੇਟਲੀ ਲੈ ਕੇ ਜਾ ਕੇ ਗੱਲ ਕਰੋ। Many times there are misunderstandings and we think, oh, he is thinking this way or he is behaving that way because of this or because of that. And many times when we talk to people privately and giving them that space on a personal level, we can sort out a lot of things.
ਆਪਾਂ ਉਸ ਬੰਦੇ ਨਾਲ ਇਸ ਤਰੀਕੇ ਗੱਲ ਕਰਦੇ ਆ ਔਰ ਉਹਨਾਂ ਇਕੱਲੇ ਚ ਜਾ ਕੇ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ ਤੇ ਇੱਕ ਆਪਾਂ ਸਪੇਸ ਦਿੰਦੇ ਆ ਕਿ ਉਹਨੂੰ ਥੋੜਾ ਸਮਾਂ ਲੱਗ ਰਿਹਾ ਤੇ ਆਪਾਂ ਸਪੇਸ ਦਿੰਦੇ ਆ ਤੇ ਫਿਰ ਹੋ ਸਕਦਾ ਕਿ ਉਹਦੇ ਉਹ ਚੰਗੇ ਦੇ ਲਈ ਹੋਏ ਤੇ ਇੱਕ ਲੈਵਲ ਤੇ ਆ ਕੇ ਉਸ ਚੀਜ਼ ਦੇ ਵਿੱਚ ਉਹ ਰਿਸ਼ਤਾ ਠੀਕ ਹੋ ਜਾਏ Bible even says to put things right with your brother or your sister before you come and give your offering at the altar. That's very important that if we feel in any way we have got some grievances with anyone in the church, with any leader or people or persons, it's good that we try and do it in a private way first and try to deal with it, and then we can involve the leaders if it is a serious issue and we cannot handle it at that level. ਤੇ ਬਾਈਬਲ ਵੀ ਦੱਸਦੀ ਇਸ ਵਚਨ ਦੇ ਵਿੱਚ ਕਿ ਆਫਰਿੰਗ ਲੈ ਕੇ ਆਉਣ ਤੋਂ ਪਹਿਲਾਂ ਪਰਮੇਸ਼ਰ ਦੇ ਲਈ ਭੇਟਾ ਲੈਣ ਆਉਣ ਤੋਂ ਪਹਿਲਾਂ ਤੂੰ ਰਸਤੇ 'ਚ ਹੀ ਆਪਣੇ ਜੋ ਬ੍ਰਦਰ ਸਿਸਟਰ ਹੈ ਉਹਨਾਂ ਨਾਲ ਤੂੰ ਸਲਾਹ ਕਰ ਲੈ ਜੇ ਕੋਈ ਵੀ ਤੁਹਾਡੇ ਵਿੱਚ ਦਿੱਕਤ ਹੈ ਤਾਂ ਕਿ ਉਹ ਆਫਰਿੰਗ ਐਕਸੈਪਟ ਹੋਏ ਤੇ ਆਪਾਂ ਨੂੰ ਐਵੇਂ ਸਮਝਣਾ ਕਿ ਜਦੋਂ ਆਪ ਕਿਸੇ ਦੇ ਨਾਲ ਪ੍ਰੋਬਲਮ ਹੈ ਤੇ ਆਪਾਂ ਫਸਟ ਉਹਦੇ ਨਾਲ ਪ੍ਰਾਈਵੇਟਲੀ ਗੱਲ ਕਰੀਏ ਇਕੱਲੇ ਦੇ ਵਿੱਚ ਉਹਨੂੰ ਸਮਝਾਈਏ ਆਪਣੀ ਗੱਲ ਵੀ ਉਹਦੇ ਅੱਗੇ ਰੱਖੀਏ ਤੇ ਫਿਰ ਵੀ ਜੇ ਕੁਝ ਨਹੀਂ ਹੱਲ ਨਿਕਲਦਾ ਹੈ ਤੇ ਉਸ ਤੋਂ ਬਾਅਦ ਆਪਾਂ ਆਪਣੇ ਜੋ ਅਗੁਵੇ ਹੈ ਜੋ ਲੀਡਰਸ ਹੈ ਉਹਨਾਂ ਨੂੰ ਇਨਵੋਲਵ ਕਰ ਸਕਦੇ ਆ ਅਪਰੋਚ ਕਰ ਸਕਦੇ ਆ Many times it is the enemy who tells lies to people and make them believe certain ways and in certain about certain things, and people just fall for things like that. ਕਈ ਵਾਰੀ ਐਵੇਂ ਹੁੰਦਾ ਕਿ ਕਿੰਨੀ ਹੀ ਵਾਰੀ ਕਿ ਇਹ ਸਿਰਫ ਇੱਕ ਕਹਿ ਲਓ ਕਿ ਉਸ ਦੁਸ਼ਟ ਦੀ ਉਸ ਸ਼ੈਤਾਨ ਦੀ ਇੱਕ ਚਾਲ ਹੁੰਦੀ ਹੈ ਜੋ ਆਪਣਾ ਵਿਰੋਧੀ ਉਹਦੀ ਇੱਕ ਚਾਲ ਹੁੰਦੀ ਹੈ ਆਪਣੇ ਮਨ ਦੇ ਵਿੱਚ ਲੋਕਾਂ ਦੇ ਮਨ ਦੇ ਵਿੱਚ ਐਸੇ ਖਿਆਲ ਐਸੇ ਫੀਲਿੰਗਸ ਲੈ ਕੇ ਆਉਣਾ ਤੇ ਉਹਦੇ ਕਰਕੇ ਦਿੱਕਤ ਆਉਂਦੀ ਹੈ Sometimes as leaders we do certain things that people don't understand. They have a lot of questions, and there are people who will just flow with you. They say yes, pastor is going to be doing this right, we just trust him. But there are some others who will ask why, where, what, when questions. ਕਈ ਵਾਰੀ ਐਵੇਂ ਵੀ ਹੁੰਦਾ ਕਿ ਜੇ ਮੰਨ ਲਓ ਕੋਈ ਅਗੂਆ ਹੈ ਉਹ ਕੋਈ ਫੈਸਲਾ ਕਰਦਾ ਹੈ ਜਾਂ ਫਿਰ ਕੁਝ ਕਲੀਸਿਆ ਦੇ ਲਈ ਕੁਝ ਕਰਦੇ ਹੈ ਤੇ ਉਦੋਂ ਇਹ ਕਈ ਇੱਕ ਹੁੰਦੇ ਆ ਜਿਹੜੇ ਕਿ ਉਹ ਫਲੋ ਦੇ ਨਾਲ ਚੱਲਦੇ ਕਿ ਯੈਸ ਪਾਸਟਰ ਅਸੀਂ ਤੁਹਾਡੇ ਨਾਲ ਆ ਐਂਡ ਵੀ ਐਗਰੀ ਅਸੀਂ ਤੁਹਾਡੇ ਨਾਲ ਇੱਕ ਮਨਾ ਤੇ ਪਰ ਕਈ ਇੱਕ ਐਸੇ ਵੀ ਹੁੰਦੇ ਆ ਜੋ ਕਿ ਕੁਐਸਚਨ ਕਰਦੇ ਆ ਕਿ ਕਿਉਂ ਕਦੋਂ ਕਿਵੇਂ ਕਿਉਂ ਇਸ ਤਰੀਕੇ ਕਿਉਂ ਕੀਤਾ ਗਿਆ ਇਹ ਫੈਸਲਾ ਕਿਉਂ ਲਿਆ ਗਿਆ For the last nearly 20 years I've been working with people, I've been working with teams, and I understand the dynamics when you work with teams, how different it can be when you work with different characters. ਪਿਛਲੇ ਪਾਸਟਰ ਜੀ ਕਹਿ ਰਹੇ ਕਿ ਪਿਛਲੇ 20 ਸਾਲਾਂ ਤੋਂ ਮੈਂ ਇਸ ਤਰੀਕੇ ਕੰਮ ਕਰਦਾ ਰਿਹਾ ਗਰੁੱਪਸ ਦੇ ਵਿੱਚ ਅੱਡ ਲੋਕਾਂ ਦੇ ਨਾਲ ਤੇ ਮੈਂ ਉਹਦੇ ਵਿੱਚ ਦੇਖਿਆ ਕਿ ਸਭ ਇੱਕ ਅਲੱਗ-ਅਲੱਗ ਹੈ ਕਿ ਕਿਸੇ ਦੇ ਨਾਲ ਕੋਈ ਕੀ ਮੀਨਸ ਕੋਈ ਕਿਸ ਪ੍ਰਕਾਰ ਦਾ ਤੇ ਦੂਸਰੇ ਹੈਗੇ ਜਿਹੜੇ ਆਰਾਮ ਨਾਲ ਚੱਲ ਪੈਂਦੇ ਆ Many times people in church who would say to you, oh, you don't prefer me, you love somebody else more, you favor somebody else more, and you don't give me attention. People say things like this. ਕਈ ਵਾਰੀ ਕਹਿੰਦੇ ਕਿ ਚਰਚ ਦੇ ਵਿੱਚ ਲੋਕੀ ਕਹਿੰਦੇ ਕਿ ਮੈਂ ਆਇਆ ਪਰ ਤੁਸੀਂ ਮੇਰੇ ਵੱਲ ਧਿਆਨ ਨਹੀਂ ਦਿੱਤਾ ਤੁਸੀਂ ਮੈਨੂੰ ਸਮਾਂ ਨਹੀਂ ਦਿੱਤਾ ਤੇ ਮੈਨੂੰ ਕਹਿ ਲਓ ਕਿ ਮੈਨੂੰ ਰਿਜੈਕਸ਼ਨ ਫੀਲ ਹੋਇਆ ਤੇ ਇਸ ਤਰੀਕੇ ਦੀ ਚੀਜ਼ਾਂ ਉਹ ਕਹਿੰਦੇ ਆ ਕਿ And I think when you have somebody like this, it is good to talk to them and assure them that this is not the way. It is just that sometimes we spend time with certain people for a reason. For example, I spend personally a lot of time with the frontline team. Then I give also time to the Dekbal leaders. Then I have got the helpers, and then we have the encouragers. So the frontline team gets more of my time because the responsibilities and the way of working with them is different than the other groups. ਜੇ ਇਸ ਤਰੀਕੇ ਦੀ ਮੰਨ ਲਓ ਕਿ ਸਿਚੁਏਸ਼ਨ ਹੈ ਤੇ ਆਪਾਂ ਕੀ ਕਰ ਸਕਦੇ ਉਸ ਪਰਸਨ ਦੇ ਨਾਲ ਜਾ ਕੇ ਗੱਲ ਕਰ ਸਕਦੇ ਉਹਨੂੰ ਸਮਝਾ ਸਕਦੇ ਹਾਂ ਕਿ ਦੇਖੋ ਐਵੇਂ ਨਹੀਂ ਹੈ ਜੋ ਤੁਸੀਂ ਸੋਚ ਰਹੇ ਹੋ ਪਰ ਕਲੀਸਿਆ ਦੇ ਵਿੱਚ ਕੀ ਫਰੰਟ ਲਾਈਨ ਟੀਮ ਵੀ ਹੈਗੀ ਹੈ ਹੈਲਪਰਸ ਹੈਗੇ ਐਨਕਰੇਜਰਸ ਹੈਗੇ ਤੇ ਉਹਨਾਂ ਦੇ ਨਾਲ ਮੈਨੂੰ ਡਿਫਰੈਂਟ ਲੈਵਲ ਦੇ ਉੱਤੇ ਟਾਈਮ ਬਿਤਾਉਣਾ ਕਿਉਂਕਿ ਫਰੰਟ ਲਾਈਨ ਟੀਮ ਦੇ ਉੱਪਰ ਜ਼ਿਆਦਾ ਕਹਿ ਲਓ ਕਿ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਤੇ ਉਹਦੇ ਨਾਲ ਮੈਨੂੰ ਜ਼ਿਆਦਾ ਗੱਲਬਾਤ ਕਰਨੀ ਪੈਂਦੀ ਹੈ ਤੇ ਉਹਨਾਂ ਨੂੰ ਜ਼ਿਆਦਾ ਸਮਾਂ ਦੇਣਾ ਪੈਂਦਾ ਹੈ Just because I am dealing with the frontline team or the Dekbal leaders more as far as time is concerned, it doesn't mean that I love them more. I have to love everybody equally, but the dynamics of responsibilities and the roles they have is different than the other people. So my contacts and my connections with them is little bit more than the others, and that's how it is. It's not that I love them more and I love the other less. I'm trying to find a balance to love everybody the same, actually.
ਇਹ ਨਹੀਂ ਹੈ ਕਿ ਜੋ ਫਰੰਟਲਾਈਨ ਟੀਮ ਵਾਲੇ ਜਾਂ ਫਿਰ ਜੋ ਦੇਖਭਾਲ ਜੋ ਵਾਲੇ ਮੈਂਬਰਸ ਹੈਗੇ ਆ, ਉਹਨਾਂ ਦੇ ਨਾਲ ਮੈਂ ਕਿਉਂਕਿ ਜ਼ਿਆਦਾ ਸਮਾਂ ਬਿਤਾਉਣਾ ਤੇ ਮੈਂ ਉਹਦੇ ਨਾਲ ਜ਼ਿਆਦਾ ਪ੍ਰੇਮ ਕਰਦਾ, ਤੇ ਜੋ ਦੂਸਰੇ ਉਹਨਾਂ ਦੇ ਨਾਲ ਮੈਂ ਘੱਟ ਪ੍ਰੇਮ ਰੱਖਦਾ। ਐਸਾ ਨਹੀਂ ਹੈ, ਜਸਟ ਕਿਉਂਕਿ ਉਹਨਾਂ ਦੀ ਜ਼ਿੰਮੇਵਾਰੀਆਂ ਜ਼ਿਆਦਾ ਨੇ ਤੇ ਉਹਨਾਂ ਨੂੰ ਸਮਝਾਉਣਾ ਪੈਂਦਾ, ਤੇ ਹੋ ਸਕਦਾ ਇਸ ਕਰਕੇ ਮੈਂ ਉਹਨਾਂ ਦੇ ਨਾਲ ਜ਼ਿਆਦਾ ਕੰਟੈਕਟ ਦੇ ਵਿੱਚ ਹਾਂ, ਕਿਉਂਕਿ ਮੈਨੂੰ ਉਹਨਾਂ ਨਾਲ ਜ਼ਿਆਦਾ ਗੱਲਬਾਤ ਕਰਨੀ ਪੈਂਦੀ ਹੈ, ਪਰ ਮੈਂ ਹਰੇਕ ਦੇ ਨਾਲ ਬਰਾਬਰ ਪ੍ਰੇਮ ਰੱਖਦਾ ਹਾਂ। And you'll find yourself in a similar situation when you grow in ministry, when you have teams, that you'll have to spend more time with your teams than the others. And many times you might be accused of maybe having favorites. Of course, we should not have favorites. We should be equally treating everybody, we should be treating everyone equally. So we can't have favorites. ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਤੁਸੀਂ ਵਧੋਗੇ ਕਲੀਸਿਆ ਦੇ ਵਿੱਚ ਤੇ ਇੱਕ ਅਗੂਵੇ ਦੇ ਤੌਰ ਤੇ ਵਧੋਗੇ ਅੱਗੇ, ਤੇ ਐਸੀ ਸਿਚੁਏਸ਼ਨਸ ਆਪਣੇ ਨਾਲ ਵੀ ਹੋਣ ਤੇ ਕਿ ਲੋਕਾਂ ਨੂੰ ਕਿਸੇ ਨੂੰ ਐਵੇਂ ਫੀਲ ਹੋ ਜਦ ਤੁਸੀਂ ਟੀਮ ਮੈਂਬਰਸ ਦੇ ਨਾਲ ਜਾਂ ਫਿਰ ਜੋ ਫਰੰਟਲਾਈਨ ਟੀਮ ਮੈਂਬਰਸ ਹੈ ਜੋ ਤੁਹਾਡੇ ਜਿਨ੍ਹਾਂ ਨੂੰ ਤੁਸੀਂ ਸਿਖਾਓਗੇ ਉਹਨਾਂ ਦੇ ਨਾਲ ਜ਼ਿਆਦਾ ਸਮਾਂ ਤੁਹਾਨੂੰ ਸਪੈਂਡ ਕਰਨਾ ਪਏਗਾ, ਤੇ ਉਸ ਦੌਰਾਨ ਹੋ ਸਕਦਾ ਕਿ ਜੋ ਦੂਸਰੇ ਨੇ ਉਹ ਇਸ ਚੀਜ਼ ਨੂੰ ਫੀਲ ਕਰਨ, ਪਰ ਆਪਾਂ ਨੂੰ ਸਭ ਦੇ ਨਾਲ ਬਰਾਬਰ ਪ੍ਰੇਮ ਰੱਖਣਾ ਹੈ ਤੇ ਇਹਦੇ ਲਈ ਹੀ ਇਹ ਮੈਸੇਜ। Then we have another type of people who are different with ideas, opinions. ਹੁਣ ਆਪਣੇ ਕੋਲ ਦੂਸਰੀ ਤਰ੍ਹਾਂ ਦੇ ਲੋਕ ਹੁੰਦੇ ਜਿਨ੍ਹਾਂ ਦੇ ਕਿ ਕਹ ਲੋ ਕਿ ਉਹਨਾਂ ਦੀ ਰਾਏ ਅਲੱਗ ਹੁੰਦੀ ਹੈ, ਉਹਨਾਂ ਦੇ ਓਪੀਨੀਅਨਸ, ਉਹਨਾਂ ਦੇ ਸੋਚ ਅਲੱਗ ਹੁੰਦੀ ਹੈ। And many times they might feel that you have rejected them because you did not take their idea or their opinion on board. ਕਿਉਂਕਿ ਕਈ ਦਫਾ ਐਵੇਂ ਹੁੰਦਾ ਕਿ ਉਹਨਾਂ ਨੂੰ ਰਿਜੈਕਸ਼ਨ ਫੀਲ ਹੋ ਜਾਏਗੀ ਕਿ ਮੇਰੀ ਸੁਣੀ ਨਹੀਂ ਗਈ, ਕਿਉਂਕਿ ਉਹਨਾਂ ਦਾ ਜੋ ਵਿਚਾਰ ਨੇ, ਉਹਨਾਂ ਦੀ ਜੋ ਰਾਏ ਸੀਗੀ ਉਹ ਆਪਣੇ ਤੋਂ ਕਹ ਲੋ ਕਿ ਇੱਕ ਵਰਗੀ ਨਹੀਂ ਹੈ ਤੇ ਅੱਡ ਹੈ, ਤਾਂ ਕਰਕੇ ਉਹਨਾਂ ਨੂੰ ਰਿਜੈਕਸ਼ਨ ਫੀਲ ਹੋ ਸਕਦੀ ਹੈ। And many times they might have an experience of a person or their previous leader or their previous pastor, and they might feel that if they have not been if they have not dealt with that, they might feel the same way towards me or towards their new leader, and then they could bring that into the new relationship with their present leader as well. So there can be sometimes aspects of that where we might need to just try and ask the Holy Spirit to help us to discern these things. ਹੁੰਦੇ ਕਿ ਜੋ ਲੋਕੀ ਮੰਨ ਲਓ ਕਲੀਸਿਆ 'ਚ ਆਇਆ ਤੇ ਉਹ ਜੋ ਪਿੱਛੇ ਜਿਸ ਕਲੀਸਿਆ ਤੋਂ ਆਇਆ ਹੈ ਉਹਨਾਂ ਦੇ ਪਾਸਟਰਸ, ਉਹਨਾਂ ਦੇ ਅਗੁਵੇ, ਜਿਸ ਅਗੁਵੇ ਤੋਂ ਪਹਿਲਾਂ ਸਿੱਖਿਆ, ਤੇ ਹੋ ਸਕਦਾ ਕਿ ਉਹਨਾਂ ਦਾ ਜੋ ਵਿਵਹਾਰ ਸੀਗਾ, ਜੋ ਸੁਭਾਅ ਹੈ, ਉਹ ਮੀਨਸ ਉਹੀ ਅੱਗੇ ਇਸ ਜੋ ਪ੍ਰੈਜ਼ੈਂਟ ਕਲੀਸਿਆ, ਜੋ ਪ੍ਰੈਜ਼ੈਂਟ ਆਪਣਾ ਜੋ ਇਸ ਸਮੇਂ ਦਾ ਅਗੁਵਾ ਹੈ ਉਹਦੇ ਨਾਲ ਉਸੇ ਪ੍ਰਕਾਰ ਉਮੀਦ ਰੱਖਣ ਕਿ ਇਹ ਵੀ ਐਵੇਂ ਹੀ ਹੋਏਗਾ, ਤੇ ਸਭ ਕੁਝ ਜਦੋਂ ਸਭ ਕੁਝ ਥੋੜਾ ਅਲੱਗ ਤਰੀਕੇ ਨਾਲ ਹੋਣ ਲੱਗ ਜਾਂਦਾ ਤੇ ਉੱਥੇ ਥੋੜਾ ਤੇ ਉਸ ਟਾਈਮ ਪ੍ਰਾਰਥਨਾ ਕਰਨ ਦੀ ਜ਼ਰੂਰਤ ਹੈ, ਹੋਲੀ ਸਪਿਰਿਟ ਨੂੰ ਪੁਕਾਰਨ ਦੀ ਜ਼ਰੂਰਤ ਹੈ ਕਿ ਇੱਕ ਬੈਲੈਂਸ ਬਣੇ ਉਸ ਚੀਜ਼ ਦੇ ਲਈ ਵੀ। If you really genuinely know that and really feel that there is somebody who really struggles with you, it's also important not to spread rumors about that person and tell others about it, but in prayer you go before God. Of course you can share that with your leader like me, and then we can keep in prayer, and it can be done in a proper channel. ਹੋ ਸਕਦਾ ਕਿ ਕਈ ਦਫਾ ਤੁਹਾਨੂੰ ਆਪਾਂ ਨੂੰ ਐਸੇ ਮੀਨਸ ਮਨੁੱਖਾਂ ਦੇ ਨਾਲ ਡੀਲ ਕਰਨਾ ਪਏ, ਲੋਕਾਂ ਦੇ ਨਾਲ ਡੀਲ ਕਰਨਾ ਪਏ ਕਿ ਪਰ ਆਪਾਂ ਨੂੰ ਇਸ ਤਰੀਕੇ ਨਹੀਂ ਕਰਨਾ ਕਿ ਜੇ ਆਪਣੀ ਉਹਦੇ ਨਾਲ ਅੰਡਰਸਟੈਂਡਿੰਗ ਨਹੀਂ ਬੈਠ ਰਹੀ ਹੈ ਤੇ ਆਪਾਂ ਉਹਦੇ ਬਾਰੇ ਅਫਵਾਹ ਉਡਾਣੀ ਸ਼ੁਰੂ ਕਰ ਦਿੱਤੀ, ਰਿਊਮਰ ਸਪਰੈਡ ਕਰਨੇ ਸ਼ੁਰੂ ਕਰ ਦਿੱਤੇ ਕਿ ਇਸ ਤਰੀਕੇ। ਬਟ ਇਸ ਤੋਂ ਚੰਗਾ ਹੈ ਕਿ ਜਿਵੇਂ ਆਪਾਂ ਉਹਨੂੰ ਪ੍ਰਾਰਥਨਾ ਦੇ ਵਿੱਚ ਰੱਖੀਏ, ਪਰਮੇਸ਼ਰ ਦੇ ਪ੍ਰਾਰਥਨਾ ਦੇ ਵਿੱਚ ਰੱਖੀਏ, ਜਾਂ ਫਿਰ ਆਪਣੇ ਅਗੁਵੇ ਦੇ ਨਾਲ ਉਹਨੂੰ ਸ਼ੇਅਰ ਕਰੀਏ ਕਿ ਪ੍ਰਾਰਥਨਾ ਕਰ ਸਕੀਏ। ਜਿਵੇਂ ਪਾਸਟਰ ਜੀ ਨੇ ਕਿਹਾ ਕਿ ਤੁਸੀਂ ਪਾਸਟਰ ਜੀ ਕੋਲ ਆ ਸਕਦੇ ਹੋ ਇਸ ਤਰੀਕੇ ਦੀ ਗੱਲ ਕਰਨ ਦੇ ਲਈ। I have strictly told every leader who is leading a certain ministry never to insult your people in front of others. If they have done something not right, then it is not your it shouldn't be that you insult them in front of people, but keep in mind, take them aside at the right time and talk to them privately. Never insult people, because this could be something normal maybe in the Punjabi culture, I don't know, but this has happened before, and it has not been good for the person and for the testimony of the church as well. And so please do not insult anyone in front of others, but take them aside and clear the misunderstanding or whatever needs to be done in correction, if it is to be corrected in any way.
ਜਿਹਨੂੰ ਆਪਾਂ ਸਿਖਾਇਆ ਹੈ ਕਿ ਜੋ ਵੀ ਆਪਾਂ ਜਦੋਂ ਜੋ ਟੀਮ ਮੈਂਬਰਸ ਹੈਗੇ ਤੇ ਕਦੇ ਵੀ ਜੇ ਕਿਸੇ ਤੋਂ ਗਲਤੀ ਹੋ ਵੀ ਜਾਂਦੀ ਹੈ ਤੇ ਕਦੇ ਵੀ ਕਿਸੇ ਨੂੰ ਕੀ ਹੈ ਬਸ ਇਹ ਕਰੇ ਕਿ ਪਬਲਿਕਲੀ ਤੁਸੀਂ ਨਹੀਂ ਡਾਂਟਣਾ, ਉਸ ਸਮੇਂ ਦੇ ਵਿੱਚ ਨਹੀਂ ਡਾਂਟਣਾ ਕਿ ਜਿੱਥੇ ਸਾਰੇ ਖੜੇ ਆ ਤੇ ਪ੍ਰਾਰਥਨਾ ਚੱਲ ਰਹੀ ਹੈ। ਦੱਸਦੇ ਕਿ ਤੁਸੀਂ ਉਹਨੂੰ ਅੱਡ ਲੈ ਕੇ ਜਾਣਾ ਬਾਅਦ ਵਿੱਚ ਵੱਖਰਾ, ਤੇ ਕਿਉਂਕਿ ਇਹ ਕਿਸੇ ਦੀ ਵੀ ਰਿਸਪੌਂਸਿਬਿਲਿਟੀ, ਕਿਸੇ ਨੂੰ ਵੀ ਇਹ ਡਿਊਟੀ ਨਹੀਂ ਦਿੱਤੀ ਗਈ ਹੈ ਕਿ ਉਹ ਪਬਲਿਕਲੀ ਡਾਂਟ ਸਕੇ, ਉਹ ਸਿਰਫ ਅਗਵੇ ਦੀ ਹੈ ਤੇ ਅਗਵੇ ਨੂੰ ਆਪਾਂ ਦੱਸ ਸਕਦੇ ਆ। ਪਰ ਪਾਸੇ ਜੇ ਕਿਹਾ ਕਿ ਉਹਨੂੰ ਆਪਾਂ ਅੱਡ ਲੈ ਕੇ ਜਾਈਏ, ਉਹਦੇ ਨਾਲ ਅਲੱਗ ਚ ਗੱਲ ਕਰੀਏ ਤੇ ਜੋ ਮਿਸਅੰਡਰਸਟੈਂਡਿੰਗਸ ਹੈ ਉਹਨੂੰ ਕਲੀਅਰ ਕਰੀਏ, ਜਾਂ ਫਿਰ ਜੋ ਕੁਝ ਵੀ ਕਰਨ ਦੀ ਜ਼ਰੂਰਤ ਹੈ, ਐਨੀਥਿੰਗ ਨੀਡਸ ਟੂ ਬੀ ਡਨ, ਕਿ ਜੋ ਕੁਝ ਵੀ ਕਰਨ ਦੀ ਜ਼ਰੂਰਤ ਹੈ ਉਹ ਆਪਾਂ ਉਹਦੇ ਲਈ ਕਰੀਏ। One of the areas that you might find opposition and problems is in the area of when you are putting people into ministries. ਕਿ ਹੋ ਸਕਦਾ ਕਿ ਆਪਣਾ ਵਿਦਰੋਹ ਵੀ ਹੋਏ, ਵਿਦਰੋਹ ਆ ਸਕਦੇ ਆ ਤੇ ਆਪੋਜੀਸ਼ਨਸ ਵੀ ਆ ਸਕਦੀ ਹੈ, ਤੇ ਇਹ ਮਿਨਿਸਟਰੀ ਦੇ ਵਿੱਚ ਕੀ ਹੈ ਇੱਕ ਅੜਚਨ ਬਣ ਜਾਂਦੀ ਹੈ। Opposition or accusations would come when you put people into ministry to lead something. ਜਾਂ ਵਿਰੋਧ ਆ ਸਕਦਾ ਹੈ, ਜਾਂ ਫਿਰ ਇੱਕ ਦੋਸ਼ ਲਗਾਉਣ ਵਾਲਾ ਜੋ ਹੈ ਉਹ ਚੀਜ਼ ਦੋਸ਼ ਆ ਸਕਦਾ ਹੈ, ਆਪਣੇ ਦੋਸ਼ ਲਗਾਏ ਜਾ ਸਕਦੇ ਜਦੋਂ ਆਪਾਂ ਲੋਕਾਂ ਨੂੰ ਸੇਵਕਾਈ ਦੇ ਵਿੱਚ ਰੱਖਦੇ ਹਾਂ ਐਸੇ ਲੋਕਾਂ ਨੂੰ। And many times the people, sometimes we think that we could put into ministries, they of course are not perfect people, and some might feel they shouldn't be doing this, and they would say to you, this shouldn't be the way, the person shouldn't be in this ministry, and it is difficult when you feel the leading of the Holy Spirit to put a certain person into a certain ministry, and that could become any issue when people make a problem. ਐਵੇਂ ਹੁੰਦਾ ਕਿ ਜਦੋਂ ਕਿਸੇ ਨੂੰ ਕਲੀਸਿਆ ਦੇ ਵਿੱਚ ਕਿਸੇ ਕਹਿ ਲਓ ਕਿ ਇੱਕ ਪੋਜੀਸ਼ਨ ਤੇ ਜਾਂ ਫਿਰ ਕਿਸੇ ਸੇਵਕਾਈ ਦੇ ਉੱਪਰ ਨਿਯੁਕਤ ਕੀਤਾ ਜਾਏ, ਤੇ ਕਾਫੀ ਕੋਈ ਕਿੰਨੇ ਜਿਹੜੇ ਹੋ ਸਕਦੇ ਕਿ ਜੋ ਉਹਦੇ ਵਿਰੋਧ ਦੇ ਵਿੱਚ ਆਉਣ ਕਿ ਨਹੀਂ ਨਹੀਂ ਇਹ ਇਨਸਾਨ ਇੱਥੇ ਨਹੀਂ ਹੋਣਾ ਚਾਹੀਦਾ। ਹਾਲਾਂਕਿ ਕੋਈ ਵੀ ਪਰਫੈਕਟ ਨਹੀਂ ਹੈ, ਕੋਈ ਵੀ ਪਰਫੈਕਟ ਨਹੀਂ ਹੈ, ਸਭ ਦੇ ਵਿੱਚ ਕਮੀਆਂ ਨੇ, ਪਰ ਫਿਰ ਵੀ ਵਿਰੋਧ ਆ ਸਕਦਾ ਹੈ, ਦੋਸ਼ ਆ ਸਕਦਾ ਕਿ ਨਹੀਂ ਇਹ ਬੰਦਾ ਸੇਵਕਾਈ ਦੇ ਵਿੱਚ ਨਹੀਂ ਹੋਣਾ ਚਾਹੀਦਾ, ਇਹ ਪਰਸਨ ਇੱਥੇ ਖੜਾ ਨਹੀਂ ਹੋਣਾ ਚਾਹੀਦਾ। Sometimes when you are planning to put people into ministries, there are certain things that we take into consideration. ਕਈ ਵਾਰੀ ਕੀ ਹੈ ਕਿ ਜਦੋਂ ਆਪਾਂ ਕਿਸੇ ਨੂੰ ਨਿਯੁਕਤ ਕਰਦੇ ਆ ਸੇਵਕਾਈ ਦੇ ਲਈ, ਤੇ ਬਹੁਤ ਸਾਰੀ ਚੀਜ਼ਾਂ ਜਿਹੜੀ ਆਪਾਂ ਨੂੰ ਦੇਖਣੀ ਚਾਹੀਦੀ ਹੈ। There is their personal testimony, there is the leading of the Holy Spirit to us as a leader, and also there is the counsel or the opinion given by the frontline team. Now, especially nowadays, I discuss a lot with them, and I involve the other pastors as well if it is a major ministry decision. So there are a lot of things involved about decision making to put people into ministries. ਐਸਾ ਫੈਸਲਾ ਲੈਣਾ ਹੈ ਕਿ ਕਿਸੇ ਨੂੰ ਨਿਯੁਕਤ ਕਰਨਾ ਹੈ ਆਪਾਂ ਸੇਵਕਾਈ ਦੇ ਲਈ, ਤੇ ਉਹਦੇ ਚ ਕੀ ਹੈ ਕਿ ਆਪਾਂ ਨੂੰ ਬਹੁਤ ਸਾਰੀ ਚੀਜ਼ਾਂ ਦੇਖਣ ਦੀ ਜ਼ਰੂਰਤ ਹੈ, ਕੰਸੀਡਰ ਕਰਨ ਦੀ ਜ਼ਰੂਰਤ ਹੈ, ਤੇ ਉਹਦੇ ਲਈ ਆਪਾਂ ਨੂੰ ਰਾਏ ਵੀ ਲੈਣੀ ਹੈ। ਜੋ ਵੀ ਮੰਨ ਲਓ ਕਿ ਆਪਣੇ ਮੈਂਬਰਸ ਹੈ, ਜੋ ਫਰੰਟ ਲਾਈਨ ਮੈਂਬਰਸ ਹੈਗੇ ਆ, ਉਹਨਾਂ ਦੇ ਨਾਲ ਡਿਸਕਸ ਕਰਨਾ ਹੈ, ਓਪੀਨੀਅਨਸ ਆਪਾਂ ਉਹਨਾਂ ਦੀ ਰਾਏ ਵੀ ਲੈ ਸਕਦੇ ਹਾਂ, ਤੇ ਉਹਨਾਂ ਦਾ ਤੇ ਹੋਲੀ ਸਪਿਰਿਟ ਦੀ ਲੀਡਿੰਗ, ਜੋ ਪਾਸਟਰ ਜੀ ਨੇ ਪਹਿਲਾ ਪੁਆਇੰਟ ਦੱਸਿਆ ਕਿ ਆਪਾਂ ਨੂੰ ਇੱਕ ਫੀਲਿੰਗ ਨਹੀਂ ਬਟ ਹੋਲੀ ਸਪਿਰਿਟ ਦੀ ਇੱਕ ਪ੍ਰਾਰਥਨਾ ਕਰਨੀ ਹੈ ਉਸ ਦੇ ਲਈ, ਤੇ ਰਾਏ ਵੀ ਲੈਣੀ ਹੈ ਜੋ ਆਪਣੀ ਟੀਮ ਮੈਂਬਰਸ ਹੈ ਉਹਨਾਂ ਦੇ ਨਾਲ, ਤੇ ਇੱਕ ਪਰਸਨਲ ਟੈਸਟੀਮਨੀ। Yes, so sometimes people would only see one aspect of the person's life and they could make a judgment, but we as leaders, we look at a lot of aspects and we put everything on a weighing scale before we would put people into any position or ask them to lead something. ਐਵੇਂ ਹੁੰਦਾ ਕਿ ਆਪਾਂ ਸਿਰਫ ਥੋੜਾ ਬਹੁਤ ਸਿਰਫ ਉੱਪਰੋਂ ਦੇਖਦੇ ਆ, ਕੁਝ ਇੱਕ ਚੀਜ਼ਾਂ ਦੇਖਦੇ ਆ ਕਿ ਹਾਂ ਇਹ ਠੀਕ ਹੈ, ਇਹ ਐਵੇਂ, ਤੇ ਆਪਾਂ ਉਹਨੂੰ ਬਣਾ ਦਿੰਦੇ ਆ। ਬਟ ਐਜ਼ ਇੱਕ ਅਗਵੇ ਹੋਣ ਦੇ ਨਾਤੇ ਕੀ ਹੈ ਕਿ ਉਹ ਕਹਿ ਰਹੇ ਕਿ ਆਪਣੇ ਇੱਕ ਅਗਵੇ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਪੂਰਾ ਐਸਪੈਕਟ, ਮਤਲਬ ਕਿ ਉਹਦਾ ਸਾਰਾ ਚੈੱਕ ਕਰਨਾ ਕਿ ਸੀਗਾ, ਤੇ ਉਹਦੀ ਜੋਰ ਦੇਖ ਕੇ ਉਹਨੂੰ ਉਸ Are you there, Priyanka? I think we got frozen. You got frozen, Priyanka.
Priyanka, can you hear me? Hello? Hello? Priyanka, are you there? ਕਈ ਵਾਰੀ ਕੀ ਹੁੰਦਾ ਕਿ ਜਦ ਆਪਾਂ ਕਿਸੇ ਨੂੰ ਨਿਯੁਕਤ ਕਰਨਾ ਹੁੰਦਾ ਹੈ ਕਲੀਸਿਆ ਦੇ ਵਿੱਚ ਕਿਸੇ ਸਥਾਨ ਦੇ ਉੱਪਰ ਕਿਸੇ ਨੂੰ ਨਿਯੁਕਤ ਕਰਨਾ ਹੈ ਤੇ ਉਸ ਦੌਰਾਨ ਕੁਛ ਇੱਕ ਕਿ ਜੋ ਆਪਾਂ ਛੋਟੀ ਚੀਜ਼ਾਂ ਨੂੰ ਨਹੀਂ ਦੇਖ ਸਕਦੇ ਕਿ ਬਸ ਕੁਛ ਇੱਕ ਚੀਜ਼ਾਂ ਦੇਖੀ ਤੇ ਆਪਾਂ ਨੂੰ ਠੀਕ ਲੱਗਿਆ ਤੇ ਆਪਾਂ ਨਿਯੁਕਤ ਕਰ ਦਿੱਤਾ। ਪਰ ਪਾਸਟਰ ਜੀ ਨੇ ਸਮਝਾਇਆ ਕਿ ਉਹਦੇ ਲਈ ਇੱਕ ਅਗੁਵੇ ਦੀ ਕੀ ਜ਼ਿੰਮੇਵਾਰੀ ਹੈ ਕਿ ਪੂਰਾ ਐਸਪੈਕਟ ਸਾਰੇ ਪਹਿਲੂਆਂ ਨੂੰ ਉਹ ਕਿਸੇ ਨੂੰ ਵੀ ਨਜ਼ਰਅੰਦਾਜ਼ ਨਹੀਂ ਕਰ ਸਕਦਾ ਪਰ ਸਾਰੇ ਪਹਿਲੂਆਂ ਨੂੰ ਜਿਹਨੂੰ ਕਿ ਨਿਯੁਕਤ ਕੀਤਾ ਜਾ ਰਿਹਾ ਹੈ ਉਹਦੇ ਲਈ ਸਾਰੇ ਪਹਿਲੂਆਂ ਨੂੰ ਉਹ ਦੇਖੇ। Also, when we meet people and when we have a one-to-one with them, we come to know a lot about people as well. And this aspect is not understandable by the others who might say, "Oh, that person is this and that." And we try and do as much as we can, talk to people and get to know a little bit of their heart. And so we also involve that as well in our decision making as well. ਜਦੋਂ ਇਹ ਫੈਸਲਾ ਕੀਤਾ ਜਾਂਦਾ ਹੈ ਕਿ ਜਦੋਂ ਕਿਸੇ ਨੂੰ ਨਿਯੁਕਤ ਕੀਤਾ ਜਾਂਦਾ ਹੈ ਸੇਵਕਾਈ ਦੇ ਲਈ ਤੇ ਉਸ ਫੈਸਲੇ ਦੇ ਵਿੱਚ ਇਹ ਵੀ ਆਪਾਂ ਦੇਖਦੇ ਆ ਕਿ ਜੋ ਪਰਸਨ ਹੈ ਹੋ ਸਕਦਾ ਕਿ ਉਹਦੇ ਵਿੱਚ ਕਮੀਆਂ ਘਟੀਆਂ ਹੋਣ ਤੇ ਲੋਕਾਂ ਨੂੰ ਲੱਗਦਾ ਹੋਵੇ ਦੂਸਰਿਆਂ ਨੂੰ ਲੱਗਦਾ ਹੋਵੇ ਕਿ ਨਹੀਂ ਇਹ ਨਹੀਂ ਹੋਣਾ ਚਾਹੀਦਾ ਪਰ ਉਹਦੇ ਨਾਲ ਕੱਲੇ ਵਿੱਚ ਮੁਲਾਕਾਤ ਕਰਕੇ ਗੱਲਬਾਤ ਕਰਕੇ ਇਹ ਕੋਸ਼ਿਸ਼ ਕੀਤੀ ਜਾਏ ਕਿ ਉਹਦਾ ਦਿਲ ਕੀ ਹੈ ਉਸ ਬੰਦੇ ਦਾ ਹਾਰਟ ਕਿਵੇਂ ਹੈ ਉਹਨੂੰ ਦੇਖਿਆ ਜਾਏ ਤੇ ਇਹ ਪਹਿਲੂ ਆਪਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਕਿਉਂਕਿ ਇਹਦੇ ਨਾਲ ਆਪਾਂ ਨੂੰ ਜਾਣਕਾਰੀ ਮਿਲੇਗੀ ਉਸ ਦੇ ਬਾਰੇ ਤੇ Of course, ਡਿਸੀਜਨ ਮੇਕਿੰਗ ਦੇ ਵਿੱਚ ਇਹ ਫੈਸਲਾ ਲੈਣ ਤੋਂ ਪਹਿਲਾਂ ਇਹ ਬਹੁਤ ਜ਼ਰੂਰੀ ਹੈ ਕਿ ਉਹਨੂੰ ਜਾਣਨਾ। of course, there are people sometimes who just talk and talk. They flatter, they put a good show, and we are not that stupid as well to just believe people when they do that. I believe we have got the spirit of God to discern that as well. ਤੇ ਕਈ ਦਫਾ ਕੀ ਹੁੰਦਾ ਕਿ ਕੁਛ ਇੱਕ ਜੋ ਲੋਕੀ ਨੇ ਉਹ ਬੜੀ ਚੰਗੀ ਚੰਗੀ ਗੱਲਾਂ ਕਰਦੇ ਆ ਤੇ ਪਰ ਦੂਸਰੇ ਨੂੰ ਕਿ ਫਲੈਟਰ ਕਰਨ ਦੇ ਲਈ ਪਰ ਉਹਨਾਂ ਨੂੰ ਇੰਪ੍ਰੈਸ ਕਰਨ ਦੇ ਲਈ ਕਹਿ ਲੋ ਤੇ ਪਰ ਫਿਰ ਵੀ ਇਸ ਚੀਜ਼ ਦੇ ਬਾਰੇ ਵੀ ਜੋ ਅਗਵਾ ਹੈ ਉਹਦੇ ਪਾਸਟਰ ਨੇ ਕਿਹਾ ਕਿ ਆਪਣੇ ਕੋਲ ਡਿਸਰਨਿੰਗ ਸਪਿਰਿਟ ਹੈਗੀ ਹੈ ਇੱਕ ਪਰਖ ਦੀ ਆਤਮਾ ਹੈ ਤੇ ਉਹਦੇ ਦੁਆਰਾ ਆਪਾਂ ਪਰਖ ਸਕਦੇ ਹਾਂ ਕਿ ਅਗਲਾ ਬੰਦਾ ਸਿਰਫ ਆਪਾਂ ਨੂੰ ਇੰਪ੍ਰੈਸ ਕਰਨ ਦੀ ਕੋਸ਼ਿਸ਼ ਕਰ ਰਿਹਾ ਫਲੈਟਰ ਕਰਨ ਦੀ ਕੋਸ਼ਿਸ਼ ਕਰ ਰਿਹਾ ਤੇ ਸੱਚ ਨਹੀਂ। Another area you can have problem from your people would be when you are deciding on a certain discipline for certain people when they have done something not right, they have sinned, and then the issue of discipline comes. How long we should take them out of the ministry, how long they should be out of whatever they are doing, or they can do some things, they can't do some things. And when we decide on certain things, of course again we pray before we decide. Then there can be an accusation, oh, the guy should be out of everything, or the guy should be not doing anything. And so there can be clash as well in this area when we have to decide on disciplining people. ਤੇ ਜੋ ਅਗਲਾ ਜੋ ਕਹਿ ਲੋ ਕਿ ਜੋ ਲੈਵਲ ਹੈ ਜੋ ਚੀਜ਼ ਹੈ ਜਿਹਦੇ ਉੱਪਰ ਆਪਾਂ ਨੂੰ ਸਮੱਸਿਆ ਫੇਸ ਕਰਨੀ ਪੈਂਦੀ ਜਾਂ ਫਿਰ ਮੁਸ਼ਕਿਲਾਂ ਆਉਂਦੀਆਂ ਹੈਂਡਲ ਕਰਨ 'ਚ ਉਹ ਹੈਗਾ ਕਿ ਇਸ਼ੂ ਆਫ ਡਿਸਿਪਲਿਨ ਕਿ ਜਦੋਂ ਇੱਕ ਡਿਸਿਪਲਿਨ ਦੀ ਗੱਲ ਆਉਂਦੀ ਹੈ ਜਦੋਂ ਆਪਾਂ ਕਿਸੇ ਨੂੰ ਨਿਯੁਕਤ ਕਰ ਦਿੱਤਾ ਠੀਕ ਹੈ ਤੇ ਮੰਨ ਲਓ ਉਹਦੇ ਤੋਂ ਕੁਝ ਗਲਤੀ ਹੋ ਰਹੀ ਹੈ ਜਾਂ ਫਿਰ ਕੁਝ ਹੈ ਜਿਹਨੂੰ ਡਿਸਿਪਲਿਨ 'ਚ ਲੈ ਕੇ ਆਣਾ ਹੈ ਤੇ ਉਸ ਟਾਈਮ ਵੀ ਕੀ ਹੋ ਸਕਦਾ ਕਿ ਪਹਿਲੀ ਗੱਲ ਤਾਂ ਦੋਸ਼ ਆ ਸਕਦੇ ਆ ਕਿ ਹਾਂ ਇਹਨੂੰ ਪੂਰੀ ਤਰ੍ਹਾਂ ਇਥੋਂ ਮਿਨਿਸਟਰੀ ਚੋਂ ਸੇਵਕਾਈ ਚੋਂ ਇਹਨੂੰ ਬਾਹਰ ਕਰ ਦਿਓ ਜਾਂ ਫਿਰ ਇਹਨੂੰ ਨਹੀਂ ਰੱਖਣਾ ਚਾਹੀਦਾ ਇਹਨੂੰ ਅੱਡ ਕੀਤਾ ਜਾਏ ਤੇ ਉਸ ਆਪਾਂ ਨੂੰ ਉਸ ਗੱਲਾਂ 'ਚ ਨਾ ਆ ਕੇ ਪਹਿਲਾਂ ਪ੍ਰਾਰਥਨਾ ਕਰਨੀ ਹੈ ਤੇ ਫਿਰ ਪਾਸਟਰ ਜੀ ਨੇ ਸਮਝਾਇਆ ਕਿ ਉਹਦੇ ਲਈ ਵੀ ਆਪਾਂ ਨੂੰ ਪ੍ਰੇਅਰ ਕਰਨੀ ਹੈ ਕਿ ਕਿੰਨੇ ਟਾਈਮ ਦੇ ਲਈ ਉਹਨੂੰ ਮੀਨਸ ਉਸ ਮਿਨਿਸਟਰੀ ਤੋਂ ਬਾਹਰ ਰੱਖਿਆ ਜਾਏ ਚਰਚ ਤੋਂ ਨਹੀਂ ਬਟ ਉਸ ਸੇਵਕਾਈ ਤੋਂ ਉਸ ਰਿਸਪੌਂਸਿਬਿਲਿਟੀ ਤੋਂ ਕਿੰਨੀ ਦੇਰ ਬਾਹਰ ਰੱਖਿਆ ਜਾਏ ਤੇ ਕੀ ਉਸ ਦੌਰਾਨ ਉਹਨੂੰ ਕਿਵੇਂ ਸਮਝਾਇਆ ਜਾਏ ਇਹ ਸਭ ਪ੍ਰਾਰਥਨਾ ਦੇ ਵਿੱਚ ਰੱਖਣਾ ਹੈ। So this is an area where you will find people might clash with you, might not agree with you, might have a different opinion, but at the end of the day, as a leader, when you know from the Holy Spirit a certain way you need to do things, I believe it's important to obey God
and not to worry about how and what people will think. And at the end, I believe, as it is from the Lord, I believe God will give them peace. It might take a little bit of time, but things will settle down. ਆਮੀਨ। ਤੇ ਇਹ ਹੋ ਸਕਦਾ ਹੈ ਕਿ ਇਹਦੇ ਵਿੱਚ ਸਮਾਂ ਲੱਗੇ, ਪਰ ਆਪਾਂ ਨੂੰ ਇਹਦੇ ਵਿੱਚ ਇਹਨੂੰ ਪ੍ਰਾਰਥਨਾ 'ਚ ਰੱਖਣਾ ਹੈ ਤੇ ਹੌਲੀ ਸਪਿਰਿਟ ਜਿਵੇਂ ਪਾਸਟਰ ਜੀ ਨੇ ਕਿਹਾ ਕਿ ਉਹ ਨਿਸ਼ਚੈ ਹੀ ਉਹ ਆਪਣੀ ਮਦਦ ਕਰੇਗਾ ਕਿ ਐਂਡ ਦੇ ਵਿੱਚ ਜਦੋਂ ਆਪਾਂ ਹੌਲੀ ਸਪਿਰਿਟ ਦੇ ਨਾਲ ਉਹਦੀ ਅਗਵਾਈ ਦੇ ਵਿੱਚ ਰਹਿ ਕੇ ਕੋਈ ਫੈਸਲਾ ਲਵਾਂਗੇ ਕਿਸੇ ਨੂੰ ਡਿਸਪਲਿਨ ਕਰਨ ਦਾ ਵੀ, ਤੇ ਇੱਕ ਉਹ ਏਰੀਆ ਹੈ ਜਿਹਦੇ ਵਿੱਚ ਕਿ ਇੱਕ ਕਲੈਸ਼ਸ ਹੋ ਸਕਦੇ ਆ, ਆਪਣੇ ਮਤਭੇਦ ਹੋ ਸਕਦੇ ਆ ਲੋਕਾਂ ਦੇ ਨਾਲ, ਕਲੀਸਿਆ ਦੇ ਵਿੱਚ ਜੋ ਲੋਕੀ ਹੈਗੇ ਆ ਕਿ ਉਹ ਕੁਝ ਹੋਰ ਕਹਿਣਗੇ ਉਸ ਬੰਦੇ ਬਾਰੇ, ਤੇ ਆਪਾਂ ਨੂੰ ਪਵਿੱਤਰ ਆਤਮਾ ਦੀ ਅਗਵਾਈ 'ਚ ਰਹਿਣਾ। ਤੇ ਐਂਡ ਆਫ ਦ ਡੇ ਕਿ ਅੰਤ ਦੇ ਵਿੱਚ ਕੀ ਹੋਏਗਾ ਕਿ ਇੱਕ ਜੋ ਹੋਲੀ ਸਪਿਰਿਟ ਦੀ ਤਰਫ ਤੋਂ ਤੇ ਇੱਕ ਪੀਸ ਆਏਗਾ, ਇੱਕ ਜੋ ਸ਼ਾਂਤੀ ਹੈ ਉਹ ਬਣੀ ਰਹੇਗੀ। And maybe sometimes you might be wrong, but because you have tried it out with your best intention and then you find that was not the right thing, of course, as a leader, it would be right of you in humility you say, I got that wrong. And this is something we need to learn as leaders, that we will not always be right, but that doesn't mean that we will be doing wrong things all the time as well. Okay. ਇੱਕ ਅਗਵਾ ਹੋਣ ਦੇ ਨਾਤੇ ਇਹ ਵੀ ਆਪਣੀ ਜ਼ਿੰਮੇਵਾਰੀ ਬਣਦੀ ਹੈ, ਤੇ ਜ਼ਰੂਰੀ ਨਹੀਂ ਹੈ ਕਿ ਅਗਵੇ ਤੋਂ ਕੁਝ ਗਲਤੀ ਨਹੀਂ ਹੋ ਸਕਦੀ। ਤੇ ਜੇ ਮੰਨ ਲਓ ਕਿ ਇਹ ਇੱਕ ਕੋਈ ਫੈਸਲਾ ਹੈ ਜੋ ਕਿ ਕੁਝ ਜਿਹਦਾ ਨਤੀਜਾ ਗਲਤ ਨਿਕਲ ਵੀ ਆਉਂਦਾ ਹੈ, ਤੇ ਉਹਦੇ ਵਿੱਚ ਉਸ ਦੌਰਾਨ ਕੀ ਕਰਨਾ ਕਿ ਇੱਕ ਅਗਵਾ ਆਪਣੇ ਆਪ ਨੂੰ ਉਹ ਦੀਦ ਕਰੇ, ਤੇ ਪਰ ਤੇ ਉਹ ਆਪਾਂ ਨੂੰ ਮੰਨਣਾ ਹੈ ਕਿ ਹਾਂ ਕਿ ਠੀਕ ਹੈ ਕਿ ਮੈਨੂੰ ਇਸ ਚੀਜ਼ ਨੂੰ ਗਲਤ ਤਰੀਕੇ ਦੇ ਨਾਲ ਸਮਝਿਆ ਜਾਂ ਫਿਰ ਗਲਤੀ ਹੋ ਗਈ, ਤੇ ਪ੍ਰਾਰਥਨਾ 'ਚ ਰੱਖਣਾ ਹੈ, ਤੇ ਬਟ ਐਵੇਂ ਨਹੀਂ ਕਿ ਉਹ ਗਲਤੀ ਵਾਰੀ ਆਪਾਂ ਨੂੰ ਰਿਪੀਟ ਕਰਨੀ ਹੈ। And when you have people who sort of have different opinions and disagreements, it's always again to talk to them one to one, express your heart, make them understand what you are trying to do, and I believe they might be able to understand you better when you do that. ਤੇ ਫਿਰ ਤੋਂ ਇਹੀ ਗੱਲ ਕਿ ਜੇ ਮੰਨ ਲਓ ਕਿਸੇ ਦੀ ਰਾਏ ਅੱਡ ਹੈ, ਕਿਸੇ ਦੀ ਸੋਚ ਅੱਡ ਹੈ, ਕਿਸੇ ਦਾ ਕਰਨ ਦਾ ਤਰੀਕਾ ਅੱਡ ਹੈ, ਤੇ ਉਸ ਦੌਰਾਨ ਜਦੋਂ ਵੱਖਰੀ ਵੱਖਰੀ ਰਾਏ ਹੈ, ਲੋਕੀ ਵੱਖਰੇ ਹੈ, ਤੇ ਉਸ ਦੌਰਾਨ ਵੀ ਕੀ ਕਰਨਾ, ਆਪਾਂ ਨੂੰ ਜਾ ਕੇ ਉਹਨਾਂ ਨੂੰ ਅਪਰੋਚ ਕਰਨਾ ਹੈ, ਆਪਾਂ ਉਹਨਾਂ ਨਾਲ ਗੱਲਬਾਤ ਕਰ ਸਕਦੇ ਹਾਂ, ਆਪਾਂ ਦਿਲ ਖੋਲ ਕੇ ਆਪਣਾ ਉਹਨਾਂ ਦੇ ਸਾਹਮਣੇ ਰੱਖ ਸਕਦੇ ਕਿ ਕੀ ਕਾਰਨ ਹੈ ਕਿ ਮੈਂ ਇਸ ਤਰੀਕੇ ਦੇ ਨਾਲ ਕਰ ਰਿਹਾ, ਤੇ ਉਹ ਜ਼ਰੂਰ ਗੱਲ ਉਹਦਾ ਨਤੀਜਾ ਨਿਕਲੇਗਾ ਕਿ ਸੋਲਵ ਹੋ ਜਾਏਗੀ। There could be another type of a group of people who want to do their own thing. No matter how many times you tell them this is not the time, wait, because you just feel that it will not succeed. The Lord is not in it, and you try and convince and explain to them that this is not a time. And there are people who will never understand and they just want to do their own thing. And what do you do with people like this? ਤੇ ਹੁਣ ਤੇ ਕਈ ਵਾਰੀ ਐਸੇ ਲੋਕੀ ਹੁੰਦੇ ਕਿ ਜਿਹਨਾਂ ਨੇ ਜੋ ਆਪਣੀ ਹੀ ਮਰਜ਼ੀ ਕਰਦੇ ਆ, ਮੀਨਸ ਚਾਹੇ ਉਹਨਾਂ ਨੂੰ ਜਿੰਨਾ ਮਰਜ਼ੀ ਸਮਝਾ ਲਓ, ਉਹਨਾਂ ਨੂੰ ਕਹੋ ਕਿ ਹਾਲੇ ਇਹ ਸਹੀ ਸਮੇਂ ਨਹੀਂ ਹੈ ਇਸ ਕੰਮ ਨੂੰ ਕਰਨ ਦਾ, ਥੋੜਾ ਸਮੇਂ ਰੁਕੋ, ਥੋੜਾ ਇੰਤਜ਼ਾਰ ਕਰੋ, ਪਰ ਇਹਦਾ ਕੋਈ ਫਰਕ ਨਹੀਂ ਪੈਂਦਾ, ਉਹ ਜਿਵੇਂ ਉਹ ਕੰਮ ਨੂੰ ਕਰਦੇ ਹੀ ਕਰਦੇ ਆ ਕਿ ਆਪਣੇ ਤਰੀਕੇ ਨਾਲ। ਤੇ ਇਸ ਤਰ੍ਹਾਂ ਦੇ ਲੋਕਾਂ ਦੇ ਨਾਲ ਜਦੋਂ ਇਹ ਜਿਹੀ ਸਿਚੁਏਸ਼ਨ ਹੋਏ ਤੇ ਆਪਾਂ ਕਿਵੇਂ ਹੈਂਡਲ ਕਰਨਾ? It's very easy to do things in the flesh as a leader as well, but we need to be careful as well that we do not act out of flesh. And in a situation like this, you would just pray for them and try to just encourage them as much as you can that yes, the Lord has a plan for you. God wants you to do big things, but this is not the time. Just be patient, because it's a fruit of the Holy Spirit, and in God's time, as the Bible says in Ecclesiastes, there is time for everything. Time for everything. ਆਪਾਂ ਨੂੰ ਇਸ ਚੀਜ਼ ਦੇ ਲਈ ਸਮਾਂ ਲੱਗੇ, ਪਰ ਬਾਈਬਲ 'ਚ ਪਰਮੇਸ਼ਰ ਦਾ ਵਚਨ ਦੱਸਦਾ ਹੈ ਕਿ ਹਰ ਇੱਕ ਚੀਜ਼ ਦੇ ਲਈ ਇੱਕ ਸਮਾਂ ਹੈ, ਹਰ ਇੱਕ ਚੀਜ਼ ਦੇ ਲਈ ਇੱਕ ਸਮਾਂ ਹੈ ਕਿ ਇੱਕ ਨਿਯੁਕਤ ਕੀਤਾ ਗਿਆ ਸਮਾਂ। ਤੇ ਜਦ ਵੀ ਐਸੀ ਕੋਈ ਸਿਚੁਏਸ਼ਨ ਆਏ, ਜਿਵੇਂ ਪਾਸਟਰ ਜੀ ਨੇ ਕਿਹਾ ਕਿ ਕੁਝ ਐਸੇ ਗਰੁੱਪ ਹੁੰਦੇ ਆ ਜਿਹੜੀ ਆਪਣੀ ਹੀ ਮਰਜ਼ੀ ਚਲਾਉਂਦੇ ਆ, ਤੇ ਉਸ ਦੌਰਾਨ ਕੀ ਕਰਨਾ ਹੈ, ਤੇ ਆਪਾਂ ਨੂੰ ਇੱਕ ਫਲੈਸ਼ ਦੇ ਮੀਨਸ ਆਪਾਂ ਨੂੰ ਸਰੀਰਕ ਤੌਰ ਤੇ ਐਵੇਂ ਨਹੀਂ ਕਿ ਆਪਾਂ ਗੁੱਸਾ ਹੋ ਗਏ ਜਾਂ ਫਿਰ ਸਰੀਰ ਦੇ ਅਕੋਰਡਿੰਗ ਆਪਾਂ ਨੂੰ ਉਹਨਾਂ ਦੇ ਨਾਲ ਫੈਸਲਾ ਨਹੀਂ ਲੈਣਾ, ਉਹਨਾਂ ਦੇ ਨਾਲ ਇੱਕ ਨਹੀਂ ਹੋਣਾ, ਪਰ ਆਤਮਿਕ ਇੱਕ ਫੈਸਲਾ ਲੈਣਾ ਹੈ। Maybe because they are not given opportunity in the church, that they will try to organize things outside the church to do their own thing, and I want to warn people like that. You will not be blessed if you do that, because you are not working under authority. First of all, you're doing your own thing, and God cannot bless your hands. There will be no fruit. It will be throwing a seed on a dry, rocky ground.
इसलिए लोगों ਨੂੰ ਪਾਸਟਰ ਜੀ ਕਹਿ ਰਹੇ ਕਿ ਮੈਂ ਖਾਸ ਤੌਰ ਤੋਂ ਇੱਕ ਰਾਏ ਦੇਣਾ ਚਾਹਨਾ ਔਰ ਨੂੰ ਵਾਰਨ ਕਰਨਾ ਚਾਹਨਾ ਸਮਝਾਉਣਾ ਚਾਹਨਾ ਕਿ ਜਿਵੇਂ ਮੰਨ ਲਓ ਕਿ ਕੁਝ ਲੋਕ ਹੈ ਜਿਨ੍ਹਾਂ ਨੂੰ ਕਲੀਸਿਆ ਦੇ ਵਿੱਚ ਉਹਨਾਂ ਨੂੰ ਕਿਸੇ ਕਾਰਨ ਤੋਂ ਅਪਰਚੂਨਿਟੀ ਨਹੀਂ ਮਿਲੀ ਜਾਂ ਫਿਰ ਕਹਿ ਲਓ ਕਿ ਕੁਝ ਕਰਨ ਦਾ ਮੌਕਾ ਨਹੀਂ ਮਿਲਿਆ ਤੇ ਉਹ ਆਪਣਾ ਉਹ ਕੀ ਕਰਦੇ ਆ ਜਿੱਥੇ ਕਲੀਸਿਆ ਦੇ ਵਿੱਚ ਜਦੋਂ ਉਹਨਾਂ ਨੂੰ ਪਲੇਟਫਾਰਮ ਨਹੀਂ ਮਿਲਦਾ ਜਾਂ ਫਿਰ ਉਹ ਨਹੀਂ ਕਿਸੇ ਕੰਮ ਲਈ ਨਿਯੁਕਤ ਕੀਤੇ ਜਾਂਦੇ ਤਾਂ ਬਾਹਰ ਜਾ ਕੇ ਉਹ ਆਪਣਾ ਹੀ ਕੁਝ ਆਰਗੇਨਾਈਜ਼ ਕਰਦੇ ਆ ਤੇ ਆਪਣੇ ਆਪ ਉਸ ਕੰਮ ਨੂੰ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਪਾਸਟਰ ਜੀ ਕਹਿ ਰਹੇ ਕਿ ਉਹਨਾਂ ਦੇ ਲਈ ਮੈਂ ਖਾਸ ਇੱਕ ਵਾਰਨਿੰਗ ਦੇਣਾ ਚਾਹੁੰਦਾ ਕਿਉਂਕਿ ਉਹਨਾਂ ਦਾ ਕੰਮ ਉਹ ਫਲਵੰਤ ਨਹੀਂ ਹੋਏਗਾ ਕਿਉਂਕਿ ਪਹਿਲੀ ਚੀਜ਼ ਉੱਥੇ ਅਧੀਨਗੀ ਨਹੀਂ ਹੈ ਕੋਈ ਅਥਾਰਟੀ ਨਹੀਂ ਹੈ ਦੂਸਰਾ ਕਿ ਉੱਥੇ ਕੋਈ ਫਰੂਟ ਨਹੀਂ ਹੋਏਗਾ ਕੋਈ ਫਲ ਨਹੀਂ ਉਹਦਾ ਕੋਈ ਨਤੀਜਾ ਨਹੀਂ ਹੋਏਗਾ ਉਹ ਸਮਝ ਰਹੇ ਨੇ ਕਿ ਜੋ ਬੀਜ ਆਪਾਂ ਇੱਕ ਪਥਰੀਲੀ ਜ਼ਮੀਨ ਦੇ ਉੱਪਰ ਜੋ ਬੀਜ ਆਪਾਂ ਗੇਰ ਦਿੰਦੇ ਆ ਉਹ ਵੈਸਾ ਹੀ ਹੋਏਗਾ Anything that people will hide and do, that is in the first place a wrong thing anyway. ਚਾਹੇ ਕੁਝ ਵੀ ਹੋਏ ਪਰ ਜੋ ਚੀਜ਼ ਕਿਸੇ ਤੋਂ ਕਹਿ ਲੋ ਕਿ ਜੋ ਲੋਕੀ ਲੁਕੋ ਕੇ ਕਰਦੇ ਜੋ ਲੁਕ ਛਿਪ ਕੇ ਕਰਨੇ ਪਏ ਉਹ ਮੈਂ ਕਹਾਂਗੀ ਉਹ ਪਹਿਲੀ ਗੱਲ 'ਚ ਹੀ ਗਲਤ ਹੈ I had so many experiences with so many people in London who were not ready for ministry in our church. They had callings upon their lives. They needed time, and they get so uncomfortable. They become so restless, and they want to do things, and they are in such a hurry to do things. And then when they try to do things, it is of the flesh. There is no fruit. So we must be fruitful people, and we need to be obedient to the workings of the Holy Spirit and to the timing of God. Wait on the Lord, as the Bible says. Wait, and those who wait will renew their strength, and they will soar like eagles. Wait. ਬਾਈਬਲ ਦਾ ਵਚਨ ਕਰਦਾ ਹੈ ਕਿ ਤੇ ਪਾਸਟਰ ਜੀ ਨੇ ਪਹਿਲਾਂ ਸ਼ੇਅਰ ਕੀਤਾ ਕਿ ਲੰਡਨ ਦੇ ਵਿੱਚ ਵੀ ਕਈ ਵਾਰੀ ਮੈਂ ਐਵੇਂ ਦੇਖਿਆ ਹੈ ਕਿ ਕੁਝ ਇੱਕ ਲੋਕੀ ਕਿ ਮੰਨ ਲਓ ਉਹ ਇੰਨੇ ਰੈਸਟਲੈਸ ਉਹ ਇੰਨੇ ਜਿਵੇਂ ਕਹਿੰਦਾ ਜਲਦਬਾਜੀ ਵਾਲੇ ਲੋਕੀ ਹੁੰਦੇ ਆ ਕਿ ਉਹਨਾਂ ਨੂੰ ਦੇਖ ਕੇ ਬਸ ਜਲਦੀ ਕਰੋ ਤੇ ਜਦੋਂ ਉਹ ਉਸ ਚੀਜ਼ ਨੂੰ ਆਰਾਮ ਨਾਲ ਨਹੀਂ ਕਰਦੇ ਕਲੀਸਿਆ ਦੇ ਵਿੱਚ ਉਹਨਾਂ ਨੂੰ ਮੌਕਾ ਨਹੀਂ ਮਿਲਦਾ ਬਾਹਰ ਜਾ ਕੇ ਕੁਝ ਜਲਦਬਾਜੀ ਦੇ ਨਾਲ ਕਰਦੇ ਆ ਤੇ ਉਹ ਇੱਕ ਸਰੀਰਕ ਫੈਸਲਾ ਹੁੰਦਾ ਉਹਨਾਂ ਦਾ ਆਤਮਿਕ ਨਹੀਂ ਹੁੰਦਾ ਉਹ ਸਰੀਰਕ ਫੈਸਲਾ ਹੁੰਦਾ ਤੇ ਫਲਵੰਤ ਨਹੀਂ ਹੁੰਦਾ ਜਿਵੇਂ ਕਿ ਪਰਮੇਸ਼ਰ ਦਾ ਵਚਨ ਕਹਿੰਦਾ ਕਿ ਤੁਸੀਂ ਵੇਟ ਕਰੋ ਤੁਸੀਂ ਇੰਤਜ਼ਾਰ ਕਰੋ ਵੇਟ ਔਨ ਦ ਲਾਰਡ ਪ੍ਰਭੂ ਦੇ ਉੱਤੇ ਇੰਤਜ਼ਾਰ ਕਰੋ ਤੇ ਉੱਥੇ ਲਿਖਿਆ ਕਿ ਜੋ ਯਹੋਵਾ ਦੀ ਬਾਟ ਜਿਉਂਦੇ ਜੋ ਉਹਦਾ ਇੰਤਜ਼ਾਰ ਕਰਦੇ ਆ ਉਹ ਨਵਾਂ ਬਲ ਪ੍ਰਾਪਤ ਕਰਦੇ ਜਾਂਦੇ ਆ ਤੇ ਉਹ ਉਕਾਬਾਂ ਦੇ ਵਾਂਗ ਉਚਾਈ 'ਚ ਉੱਡਦੇ ਆ ਤੇ ਤਾਂ ਕਰਕੇ ਆਪਣਾ ਇਸ ਵਚਨ ਨੂੰ ਅੱਗੇ ਰੱਖਣਾ ਹੈ ਕਿ ਆਪਾਂ ਇੰਤਜ਼ਾਰ ਕਰੀਏ ਕਾਲੀ ਹੋ ਕੇ ਜਲਦਬਾਜ਼ੀ 'ਚ ਆਪਣੇ ਫੈਸਲੇ ਲੈ ਕੇ ਇਕੱਲੇ ਦੇ ਵਿੱਚ ਕਰਨ ਦੀ ਕੁਝ ਕੋਸ਼ਿਸ਼ ਨਾ ਕਰੀਏ Good things will come to those who wait. ਤੇ ਚੰਗੀ ਵਸਤੂਆਂ ਚੰਗੀ ਕਹਿ ਲੋ ਆਸ਼ੀਸ਼ਾਂ ਉਹਨਾਂ ਦੇ ਲਈ ਰੱਖਿਆ ਗਿਆ ਜੋ ਕਿ ਪ੍ਰਭੂ ਦਾ ਇੰਤਜ਼ਾਰ ਕਰਦੇ ਜੋ ਉਹਦੀ ਬਾਟ ਚਾਹੁੰਦੇ ਆ If we are going to be in a hurry, then we will spoil the curry. ਤੇ ਜੇ ਆਪਾਂ ਜਲਦਬਾਜ਼ੀ 'ਚ ਹੋਵਾਂਗੇ ਤੇ ਉਹਨਾਂ ਨੇ ਕਿਹਾ ਕਿ ਆਪਾਂ ਉਸ ਜੋ ਕਰੀ ਹੈ ਉਹਨੂੰ ਆਪਾਂ ਖਰਾਬ ਕਰ ਸਕਦੇ ਹਾਂ Amen. Let's read something from 3 John verses 9 to 10. We're going to look at a man called Diotrephes. Sounds like a Cypriot guy. ਆਪਾਂ ਤਿੰਨ ਯੂਹੰਨਾ ਦਾ ਪੜ੍ਹਦੇ ਆ ਜੋ ਚੈਪਟਰ 1 ਚੈਪਟਰ ਉਹਦਾ ਤੇ 9 ਤੋਂ ਲੈ ਕੇ 10 ਤੱਕ ਪੜ੍ਹਦੇ ਆ ਤੇ ਇੱਥੇ ਇੱਕ ਬੰਦੇ ਦਾ ਨਾਮ ਦਿੱਤਾ ਗਿਆ ਜੋ ਕਿ ਜਿਵੇਂ ਨਾਮ ਤੋਂ ਐਵੇਂ ਲੱਗਦਾ ਜੋ ਸੀਕ੍ਰੇਟ ਹੋਏਗਾ मैंने कलीसिया को कुछ लिखा था पर दियोत्रेफिस जो ਉਹਨਾਂ 'ਚ ਵੱਡਾ ਬਣਨਾ ਚਾਹੁੰਦਾ ਸੀ ਉਹਨੇ ਉਹਨੂੰ ਗ੍ਰਹਿਣ ਨਹੀਂ ਕੀਤਾ ਇਸ ਲਈ ਜਦ ਮੈਂ ਆਵਾਂਗਾ ਤੇ ਉਹਦੇ ਕੰਮਾਂ ਨੂੰ ਜੋ ਉਹ ਕਰ ਰਿਹਾ ਹੈ ਉਹਦੀ ਸੁਧੀ ਲਵਾਂਗਾ ਕਿ ਉਹ ਸਾਡੇ ਵਿਸ਼ੇ ਦੇ ਵਿੱਚ ਬੁਰੀਆਂ ਗੱਲਾਂ ਬਕਦਾ ਹੈ ਤੇ ਉਹ ਸੰਤੋਸ਼ ਨਹੀਂ ਕਰਦਾ ਤੇ ਇਸ ਤੇ ਵੀ ਉਹ ਸੰਤੋਸ਼ ਨਹੀਂ ਕਰਦਾ ਤੇ ਆਪਣੇ ਭਾਈਆਂ ਨੂੰ ਗ੍ਰਹਿਣ ਨਹੀਂ ਕਰਨ ਦਿੰਦਾ ਤੇ ਜੋ ਗ੍ਰਹਿਣ ਕਰਦੇ ਨੇ ਉਹਨਾਂ ਨੂੰ ਵੀ ਮਨਾ ਕਰਦਾ ਹੈ ਤੇ ਕਲੀਸਿਆ ਤੋਂ ਕੱਢ ਦਿੰਦਾ ਹੈ So we have Diotrephes here, and seems like he's a problematic person for the church. ਪੜਿਆ ਤੇ ਇਹਦੇ ਬਾਰੇ ਐਵੇਂ ਪੜ੍ਹ ਕੇ ਐਵੇਂ ਲੱਗ ਰਿਹਾ ਕਿ ਇੱਕ ਨਾ ਕੋਈ ਮੁਸੀਬਤਾਂ ਵਾਲਾ ਬੰਦਾ ਸੀਗਾ ਜੋ ਕਿ ਚਰਚ ਦੇ ਵਿੱਚ ਪਰੇਸ਼ਾਨੀ ਖੜੀ ਕਰਨ ਵਾਲਾ ਬੰਦਾ ਸੀਗਾ The first thing we see that he loves to put himself first. ਪਹਿਲੀ ਚੀਜ਼ ਆਪਾਂ ਦੇਖੀ ਕਿ ਉਹਨੂੰ ਚੰਗਾ ਲੱਗਦਾ ਸੀ ਆਪਣੇ ਆਪ ਨੂੰ ਅੱਗੇ ਰੱਖਣਾ ਪਹਿਲ ਦੇਣਾ ਆਪਣੇ ਆਪ ਨੂੰ So as we go through these little things, let us see if these things are in us as well, that are in Diotrephes, okay?
ਤੇ ਜਿਵੇਂ ਆਪਾਂ ਇਹ ਪੜ ਰਹੇ ਆ ਤੇ ਦੇਖੀਏ ਇਹਨਾਂ ਛੋਟੀ ਛੋਟੀ ਚੀਜ਼ਾਂ ਤੋਂ ਕਿ ਇਹ ਆਪਣੇ ਉੱਥੇ ਤਾਂ ਨਹੀਂ ਕੰਮ ਕਰ ਰਹੇ। The ਜਿਵੇਂ second thing about Diotrephes is that he does not accept what we say. ਤੇ ਦੂਸਰੀ ਗੱਲ ਉਹਦੇ ਬਾਰੇ ਲਿਖੀ ਗਈ ਹੈ ਕਿ ਉਹ ਉਸ ਚੀਜ਼ ਨੂੰ ਨਹੀਂ ਮੰਨਦਾ ਸੀ ਜਿਹੜੀ ਕਿ ਕਹੀ ਜਾਂਦੀ ਸੀ। And he refuses to recognize my authority, John is saying. ਤੇ ਇੱਥੇ ਯੂਹੰਨਾ ਕੀ ਕਹਿ ਰਿਹਾ ਹੈ ਕਿ ਉਹ ਇਨਕਾਰ ਕਰਦਾ ਸੀ ਉਹਦੀ ਅਧੀਨਗੀ ਦੇ ਲਈ, ਉਹਦੀ ਜੋ ਆਗਿਆਕਾਰੀ ਲਈ, ਅਧੀਨ ਹੋਣ ਦੇ ਲਈ ਉਹ ਇਨਕਾਰ ਕਰਦਾ ਸੀ ਉਸ ਚੀਜ਼ ਦਾ। So you can see it is a slippery slope. This guy is in quite a big mess. ਤੇ ਆਪਾਂ ਦੇਖ ਸਕਦੇ ਹਾਂ ਕਿ ਇਹ ਛੋਟੀ ਛੋਟੀ ਚੀਜ਼ਾਂ ਤੋਂ ਪਰ ਇਹ ਬਹੁਤ ਹੀ ਵੱਡੀ ਮੁਸੀਬਤ 'ਚ ਇਹ ਬੰਦਾ ਬਹੁਤ ਵੱਡੀ ਮੁਸੀਬਤ ਦੇ ਵਿੱਚ ਫਸਿਆ ਹੋਇਆ ਹੈ। Then we also see that he refuses to receive the brothers, I believe the visiting missionaries or the people who visit the church. He refuses to welcome them. ਤੇ ਫਿਰ ਅੱਗੇ ਆਪਾਂ ਲਿਖਿਆ ਕਿ ਉਹਨਾਂ ਨੂੰ ਗ੍ਰਹਿਣ ਨਹੀਂ ਕਰਨਾ ਚਾਹੁੰਦਾ, ਜੋ ਕਿ ਕਹਿ ਲੋ ਕਿ ਕਲੀਸਿਆ ਦੇ ਬੰਦੇ ਜਾਂ ਫਿਰ ਜਿਵੇਂ ਪਾਸਟਰ ਜੀ ਸਮਝਾ ਰਹੇ ਕਿ ਉਹ ਹੋਣਗੇ ਕਿ ਵਿਜ਼ਿਟਰਸ ਹੋਣਗੇ ਜੋ ਕਲੀਸਿਆ ਨੂੰ ਸਮਝਾਉਣ ਦੇ ਲਈ ਆਉਂਦੇ ਹੋਣਗੇ, ਹਨਾ, ਲੀਡਰਸ ਹੋਣਗੇ, ਤੇ ਉਹਨਾਂ ਨੂੰ ਇਨਕਾਰ ਕਰਦਾ ਸੀ, ਉਹਨਾਂ ਨੂੰ ਵੈਲਕਮ ਕਰਨ ਵਾਲਾ ਨਹੀਂ ਸੀ। It's bit like tomorrow when we say we want to come to Cyprus and the frontline team says, oh no, we don't need Pastor Johnny anymore now. Daigo and Vicky and Harun, we can handle. You don't come to us now. I'm joking. ਇਸ ਤਰ੍ਹਾਂ ਮੰਨ ਲਓ ਕਿ ਐਵੇਂ ਹੋ ਗਿਆ ਕਿ ਮੰਨ ਲਓ ਜਿਵੇਂ ਪਾਸਟਰ ਜੀ ਆਉਣ ਵਾਲੇ ਹੈ ਤੇ ਬ੍ਰਦਰ ਡਿਆਗੋ ਆਉਣ ਵਾਲੇ ਸਾਈਪਰਸ, ਤੇ ਜੋ ਫਰੰਟ ਲਾਈਨ ਵਾਲੀ ਟੀਮ ਉਹ ਕਹੇ ਵੀ ਨਹੀਂ ਅਸੀਂ ਆਪੇ ਕਰ ਲਾਂਗੇ, ਸਾਨੂੰ ਜ਼ਰੂਰਤ ਨਹੀਂ ਹੈ। We can handle now. We are ready to handle things. ਸੰਭਾਲ ਸਕਦੇ ਕਿਉਂਕਿ ਅਸੀਂ ਤਿਆਰ ਹਾਂ ਸੰਭਾਲ ਕਰਨ ਦੇ ਲਈ। And then he also puts people out of the church. In other words, he doesn't want them to have any connection with the church. ਤੇ ਫਿਰ ਅੱਗੇ ਲਿਖਿਆ ਕਿ ਉਹ ਕਲੀਸਿਆ ਦੇ ਵਿੱਚੋਂ ਵੀ ਉਹਨਾਂ ਨੂੰ ਕੱਢ ਦਿੰਦਾ ਸੀਗਾ, ਜੋ ਲੋਕੀ ਸੀਗੇ ਕਲੀਸਿਆ ਦੇ ਵਿੱਚੋਂ ਕੱਢਦਾ ਸੀ, ਉਹਨਾਂ ਨੂੰ ਰੋਕਦਾ ਸੀ ਉੱਥੇ, ਮੀਨਸ ਕਿ ਤੁਸੀਂ ਉੱਥੇ ਨਾ ਜਾਓ। ਤੇ ਇੱਥੋਂ ਪਤਾ ਲੱਗਦਾ ਕਿ ਉਹਦਾ ਕੋਈ ਇੱਕ ਸੰਬੰਧ ਨਹੀਂ ਸੀ, ਇੱਕ ਕਨੈਕਸ਼ਨ ਨਹੀਂ ਸੀਗਾ ਕਲੀਸਿਆ ਦੇ ਨਾਲ। Now, there is a big temptation to deal with people straight away. Sorry, brother, can you repeat? There is a temptation to deal with difficult people who make problems straight away. ਇੱਕ ਕਈ ਵਾਰੀ ਆਪਾਂ ਨੂੰ ਐਸੀ ਇੱਕ ਕਹ ਲੋ ਕਿ ਇੱਕ ਪ੍ਰਤਿਆਵਾ ਵੀ ਆ ਸਕਦਾ ਹੈ, ਆਪਾਂ ਨੂੰ ਐਸੀ ਟੈਂਪਟੇਸ਼ਨ, ਇੱਕ ਪ੍ਰਤਿਆਵਾ ਆ ਸਕਦਾ ਕਿ ਜੋ ਐਸੇ ਲੋਕੀ ਨੇ ਦਿਓਤ੍ਰਿਫਸ ਤਰ੍ਹਾਂ ਜੋ ਪ੍ਰੋਬਲਮ ਕਰਨ ਵਾਲੇ ਹੈਗੇ ਆ, ਉਹਨਾਂ ਦੇ ਨਾਲ ਜਾ ਕੇ ਸਟ੍ਰੇਟ ਆਪਾਂ ਸਿੱਧਾ ਜਾ ਕੇ ਸੇਤੀ ਵਿੱਚ ਕਿ ਜਲਦਬਾਜ਼ੀ ਦੇ ਵਿੱਚ ਜਾ ਕੇ, ਹਾਂ ਜਲਦਬਾਜ਼ੀ। But you see, John was very wise. He said in verse 10, I will call attention to what he's doing when I come. ਇਹ ਪਰ ਇੱਥੇ ਯੂਹੰਨਾ ਬੜਾ ਹੀ ਪੇਸ਼ੈਂਸ ਦੇ ਨਾਲ, ਬੜੀ ਹੀ ਸਹਿਣ ਸ਼ਕਤੀ ਦੇ ਨਾਲ ਕਹਿੰਦਾ ਕਿ ਜਦੋਂ ਮੈਂ ਆਉਂਗਾ ਤੇ ਉਦੋਂ ਮੈਂ ਇਸ ਚੀਜ਼ ਦੇ, ਮੈਂ ਇਹਦੇ ਬਾਰੇ ਗੱਲਬਾਤ ਕਰੂੰਗਾ, ਉਹਨੂੰ ਮੈਂ ਇਹਦੀ ਯਾਦ ਦਿਲਾਉਂਗਾ ਇਸ ਚੀਜ਼ ਦੀ। And there are more things actually regarding this man. He is unjustly accusing us with wicked words and unjustified charges. ਦਿਓਤ੍ਰਿਫਸ ਦੇ ਬਾਰੇ, ਇਸ ਬੰਦੇ ਬਾਰੇ ਇੱਕ ਗੱਲ ਹੋਰ ਲਿਖੀ ਗਈ ਹੈ ਕਿ ਉਹ ਉਹਨਾਂ ਦੇ ਵਿਸ਼ੇ 'ਚ ਬੁਰੀਆਂ ਗੱਲਾਂ ਬਕਦਾ ਸੀਗਾ ਤੇ ਦੋਸ਼ ਲਗਾਉਂਦਾ ਸੀਗਾ, ਤੇ ਉਹ ਗੱਲਾਂ ਵੀ ਸੀਗੀਆਂ ਇਸ ਵਿਸ਼ੇ 'ਚ। I am convinced that we do not have a Diotrephes in our church. Hallelujah. ਮੈਂ ਖੁਸ਼ ਹਾਂ ਆਪਣੀ ਕਲੀਸਿਆ ਦੇ ਵਿੱਚ ਐਸਾ ਕੋਈ ਦਿਓਤ੍ਰਿਫਸ ਵਰਗਾ ਨਹੀਂ ਹੈ। But we see John has a plan. He is not attacking this situation straight away. He wants to give it a little bit of time. And sometimes we need to do that, and we will see why we need to do that. ਉਹਨਾਂ ਨੇ ਕੀ ਹੈ, ਜਲਦਬਾਜ਼ੀ ਦੇ ਵਿੱਚ ਫਟਾਫਟ ਜਾ ਕੇ ਉਹਦੇ ਨਾਲ ਕੋਈ ਇਸ ਤਰੀਕੇ ਨਹੀਂ ਕਿ ਉਹਦਾ ਫੈਸਲਾ ਕੀਤਾ ਤੇ ਜਾ ਕੇ ਗੱਲਬਾਤ ਕਰਨੀ ਸ਼ੁਰੂ ਕੀਤੀ, ਪਰ ਉਹਨੇ ਕੀ ਕੀਤਾ, ਉਸ ਚੀਜ਼ ਨੂੰ ਉਹਦੇ ਲਈ ਵੇਟ ਕੀਤੀ, ਸਮੇਂ ਉਹਦੇ ਲਈ ਲਿਆ ਕਿ ਜਦ ਮੈਂ ਆਊਂਗਾ ਤੇ ਦੇਖੂਗਾ। ਤੇ ਕਈ ਦਫਾ ਐਵੇਂ ਹੁੰਦਾ ਕਿ ਆਪਾਂ ਨੂੰ ਵੀ ਇੰਤਜ਼ਾਰ ਕਰਨਾ, ਵੇਟ ਕਰਨਾ ਉਸ ਸਹੀ ਸਮੇਂ ਦੇ ਜਦੋਂ ਆਪਾਂ ਗੱਲਬਾਤ ਕਰ ਸਕੀਏ। I believe God is such a loving God. He gives time to people to repent. ਮੈਂ ਵਿਸ਼ਵਾਸ ਕਰਦਾ ਕਿ ਪਰਮੇਸ਼ਰ ਸੱਚਮੁੱਚ ਬਹੁਤ ਹੀ ਪ੍ਰੇਮ ਕਰਨ ਵਾਲਾ ਪਰਮੇਸ਼ਰ ਹੈ ਤੇ ਉਹ ਇੰਤਜ਼ਾਰ ਕਰਦਾ ਹੈ, ਉਹ ਸਮੇਂ ਦਿੰਦਾ ਹੈ ਮਨੁੱਖ ਨੂੰ ਬਦਲਣ ਦੇ ਲਈ। And he was giving time for Theophilus to change his ways, to repent, so that he will have reflection of what he was doing. ਤੇ ਉਹ ਇਸੇ ਤਰ੍ਹਾਂ ਦਿਓਤ੍ਰਿਫਸ ਨੂੰ ਵੀ ਉਹ ਕਹਿ ਲਓ ਪਰਮੇਸ਼ਰ ਇੱਕ ਤਰ੍ਹਾਂ ਇੱਕ ਸਮੇਂ ਦੇ ਰਿਹਾ ਸੀਗਾ ਕਿ ਉਹ ਬਦਲ ਸਕੇ ਤੇ ਉਹਦਾ ਮਨ ਬਦਲ ਸਕੇ ਤੇ ਉਹ ਦੇਖ ਸਕੇ, ਰਿਫਲੈਕਟ ਕਰ ਸਕੇ ਕਿ ਉਹ ਪਿੱਛੇ ਵਾਲੀ ਜ਼ਿੰਦਗੀ 'ਚ ਕੀ ਕਰ ਰਿਹਾ, ਕੀ ਗਲਤ ਕਰ ਰਿਹਾ। The second thing
I believe John was trying to do is that he was going to, because in those days there were no phones, no internet, no emails, no WhatsApp. So John had to go there to deal with Diotrephes. He was going to meet Diotrephes on a one-to-one basis and deal with him. ਤੇ ਇੱਕ ਗੱਲ ਹੋਰ ਦੇਖੀ ਕਿ ਉੱਥੇ ਕਿਉਂਕਿ ਉਸ ਜ਼ਮਾਨੇ 'ਚ ਫੋਨ ਤੇ ਈਮੇਲਸ ਵਗੈਰਾ ਐਵੇਂ ਤਾਂ ਕੁਝ ਹੁੰਦਾ ਨਹੀਂ ਸੀਗਾ, ਤੇ ਇੱਥੇ ਲਿਖਿਆ ਕਿ ਯੂਹੰਨਾ ਨੇ ਆਪ ਡਿਸਾਈਡ ਕੀਤਾ ਕਿ ਉਹ ਆਪ ਉਹਨੂੰ ਜਾ ਕੇ ਫੇਸ ਟੂ ਫੇਸ ਪ੍ਰਾਈਵੇਟਲੀ ਜਾਂ ਫਿਰ ਉਹ ਫੇਸ ਟੂ ਫੇਸ ਮਿਲਣਾ ਚਾਹੁੰਦਾ ਸੀ ਉਹਨੂੰ, ਉਹ ਫੇਸ ਟੂ ਫੇਸ ਮਿਲੇਗਾ ਇੱਥੇ ਲਿਖਿਆ। Now I am about to come to Cyprus, ਤੇ ਹੁਣ ਪਾਸਟਰ ਜੀ ਸਾਈਪਰਸ ਆਉਣ ਵਾਲੇ ਹੈ, and there are certain situations that I don't want to do it over the phone, but I want to face, I want to deal with them face to face. ਕਿ ਕਈ ਸਾਰੀ ਸਿਚੁਏਸ਼ਨਸ ਹੈਗੇ, ਕਈ ਮੁੱਦੇ ਹੈ ਜੋ ਕਿ ਮੈਂ ਫੋਨ ਤੇ ਗੱਲ ਨਹੀਂ ਕਰਨਾ ਚਾਹੁੰਦਾ, ਪਾਸਟਰ ਜੀ ਫੋਨ ਤੇ ਗੱਲ ਨਹੀਂ ਕਰਨਾ ਚਾਹੁੰਦੇ, ਪਰ ਉਹ ਆ ਕੇ ਸਿੱਧਾ ਫੇਸ ਟੂ ਫੇਸ ਆਮਣੇ ਸਾਹਮਣੇ ਉਹ ਗੱਲ ਕਰਨਾ ਚਾਹੁੰਦੇ। Because I want to take people aside and out of love, like it says in Ephesians, where is that scripture? One second, I'll find it. Maybe sister can read that as well for us. It's in oh yeah, Ephesians chapter 4 verse 15. Please read that. प्रेम में सच्चाई से चलते हुए सब बातों में उसमें जो सिर है अर्थात मसीह में बढ़ते जाएं। Amen. So I want to do it sachai in love with the people. Hallelujah. मैं करना चाहना कि सच्चाई दे नाल ते परमेश्वर दे प्रेम दे विच ओ चीज मैं करना चाहना हां। So we are learning, I believe, small things, but these are very important things for ministry. ਇਹ ਆਪਾਂ ਛੋਟੀ ਛੋਟੀ ਚੀਜ਼ਾਂ ਸਿੱਖ ਰਹੇ ਹਾਂ, ਬਟ ਮੈਂ ਵਿਸ਼ਵਾਸ ਕਰਦਾ ਕਿ ਇਹ ਕਲੀਸਿਆ ਦੇ ਲਈ, ਇੱਕ ਮਿਨਿਸਟਰੀ ਸੇਵਕਾਈ ਦੇ ਲਈ ਬਹੁਤ ਵੱਡੀ ਚੀਜ਼ਾਂ ਨੇ। So sometimes we need to just give time to certain situations that would allow the person to repent, to come to their senses. And the other thing is, if they don't do that, then there's a time to then take them aside and deal with it. And if they don't, of course, if it is a serious offense, then of course there is the other procedure of bringing it to the church. And in certain cases, the Lord even might lead to put people out of the church. And so far, nothing like that has happened in Cyprus, and I pray in the future that will not be the case in any way. ਕਈ ਦਫਾ ਐਵੇਂ ਹੁੰਦਾ ਹੈ ਕਿ ਜੋ ਆਪਾਂ ਰੀਡ ਕੀਤਾ ਵਚਨ ਦੇ ਵਿੱਚ ਕਿ ਇੱਕ ਸਮੇਂ ਦਿੱਤਾ ਜਾਂਦਾ ਹੈ ਕਿ ਆਪਾਂ ਵੀ ਇੰਤਜ਼ਾਰ ਕਰਦੇ ਹਾਂ ਤੇ ਇੱਕ ਸਮੇਂ ਦਿੰਦੇ ਹਾਂ ਕਿ ਤਾਂ ਕਿ ਉਹ ਬਦਲ ਸਕੇ, ਤੇ ਫਿਰ ਉਸ ਤੋਂ ਬਾਅਦ ਕਿ ਜੇ ਮੰਨ ਲਓ ਉਸ ਸਮੇਂ ਦੇ ਵਿੱਚ ਕੁਝ ਨਹੀਂ ਹੋ ਰਿਹਾ, ਤੇ ਫਿਰ ਅਗਲਾ ਹੈ ਕਿ ਆਪਾਂ ਉਹਦੇ ਨਾਲ ਗੱਲਬਾਤ ਕਰ ਸਕਦੇ ਹਾਂ, ਬੈਠ ਕੇ ਗੱਲਬਾਤ ਕਰ ਸਕਦੇ ਹਾਂ, ਉਹਨੂੰ ਸਮਝਾ ਸਕਦੇ ਹਾਂ, ਪ੍ਰਾਰਥਨਾ ਕਰ ਸਕਦੇ ਹਾਂ। ਤੇ ਤੀਸਰਾ ਹੈ ਕਿ ਕਈ ਵਾਰੀ ਐਸੇ ਵੀ ਪਾਸਟਰ ਜੀ ਨੇ ਸਮਝਾਇਆ ਕਿ ਐਸੀ ਸਿਚੁਏਸ਼ਨ ਆ ਜਾਂਦੀ ਕਿ ਆਪਾਂ ਨੂੰ ਜ਼ਰੂਰੀ ਹੁੰਦਾ ਕਿ ਕਲੀਸਿਆ ਨੂੰ ਵੀ ਦੱਸਿਆ ਜਾਏ, ਜੋ ਅਦਰ ਮੈਂਬਰਸ ਹੈਗੇ ਉਹਨਾਂ ਨੂੰ ਵੀ ਦੱਸਿਆ ਜਾਏ। ਤੇ ਫਿਰ ਚੌਥਾ ਹੈ ਕਿ ਜੇ ਮੰਨ ਲਓ ਕਿ ਕੁਛ ਹੀ ਚੇਂਜ ਹੀ ਨਹੀਂ ਆ ਰਿਹਾ, ਉਹ ਕੋਈ ਰਿਪੈਂਟੈਂਸ ਨਹੀਂ ਹੈ, ਕੁਛ ਵੀ ਬਦਲਾਵ ਨਹੀਂ ਆ ਰਿਹਾ, ਕੋਈ ਮਨ ਨਹੀਂ ਬਦਲ ਰਿਹਾ, ਤੇ ਫਿਰ ਉਸ ਕੇਸ ਦੇ ਵਿੱਚ ਹੋ ਸਕਦਾ ਹੈ ਕਿ ਪਰਮੇਸ਼ਰ ਜਾਂ ਫਿਰ ਹੋਲੀ ਸਪਿਰਿਟ ਆਪਾਂ ਨੂੰ ਐਵੇਂ ਦਿਖਾ ਰਿਹਾ ਕਿ ਉਸ ਦੇ ਨਾਲ ਇੱਕ ਸੈਪਰੇਸ਼ਨ, ਕਿ ਉਹਨੂੰ ਕਲੀਸਿਆ ਦੇ ਵਿੱਚੋਂ ਸੈਪਰੇਟ ਕੀਤਾ ਜਾਏ। ਤੇ ਫਿਲਹਾਲ ਹਾਲਾਂ ਤੱਕ ਤਾਂ ਐਸਾ ਕੋਈ ਵੀ ਪ੍ਰੋਬਲਮ ਤੇ ਐਸੀ ਸਿਚੁਏਸ਼ਨ ਨਹੀਂ ਹੈ ਆਪਣੀ ਕਲੀਸਿਆ 'ਚ। We don't like putting people out of church, but ਨਹੀਂ ਚਾਹੁੰਦੇ। If the Lord would lead that for any serious situation, we would be open to do that in the future. ऐसा नहीं करना चाਹੁੰਦੇ ਆ ਕਿ ਕਲੀਸਿਆ ਚੋਂ ਕਿਸੇ ਨੂੰ ਆਪਾਂ ਬਾਹਰ ਰੱਖੀਏ ਤੇ ਸੈਪਰੇਟ ਕਰੀਏ, ਉਹਨੂੰ ਕੱਢ ਦਈਏ, ਪਰ ਫਿਰ ਵੀ ਜੇ ਕਦੇ ਕੋਈ ਸੀਰੀਅਸ ਆਫੈਂਸ ਮੀਨਸ ਕੋਈ ਜੈਸਾ ਪਾਪ ਜਿਹੜਾ ਲਿਖਿਆ ਕਿ ਇੱਕ ਸੀਰੀਅਸ ਪਾਪ ਜੋ ਹੈ, ਤੇ ਐਸਾ ਕੁਝ ਸਿਚੁਏਸ਼ਨ ਆਂਦੀ ਹੈ ਤੇ ਹੋਲੀ ਸਪਿਰਿਟ ਜੇ ਲੀਡ ਕਰਦਾ ਹੈ, ਤੇ ਆਫ ਕੋਰਸ ਪਾਸਟਰ ਜੀ ਕਹਿ ਰਹੇ ਕਿ ਹੋਲੀ ਸਪਿਰਿਟ ਦੀ ਆਵਾਜ਼ ਨੂੰ ਉਹ ਫੋਲੋ ਹੀ ਕਰਨੀ। Even on the church WhatsApp group, we do not remove people out from the WhatsApp group, the main group, even when people leave our church, even when they have been bad to us, because we give them a chance. Maybe at some point in the future they will have a change of heart and they might walk back into church. So we want to just leave that door open for them, because they are in Nicosia anyway, or in Cyprus. They are not going anywhere, so they will come one day again back to House of Glory Church. ਅਭੀ ਤੇ ਕਈ ਦਫਾ ਐਵੇਂ ਹੁੰਦਾ ਕਿ ਜੋ WhatsApp ਵਾਲਾ ਜੋ ਗਰੁੱਪ ਹੈ, ਜੋ ਮੇਨ ਗਰੁੱਪ ਬਣਿਆ, ਤੇ
ਉਸ ਚ ਅਸੀਂ ਜੋ ਮੈਂਬਰਸ ਹੈਗੇ ਸੀ ਉਹਨਾਂ ਨੂੰ ਮੀਨਸ ਰਿਮੂਵ ਨਹੀਂ ਕਰਦੇ, ਪਰ ਉਹ ਐਵੇਂ ਹੀ ਅਸੀਂ ਰਹਿੰਦੇ ਨੇ। ਬੇਸ਼ੱਕ ਕਈ ਵਾਰੀ ਐਵੇਂ ਹੁੰਦਾ ਕਿ ਉਹ ਚਰਚ ਆਣਾ ਵੀ ਬੰਦ ਹੋ ਜਾਂਦੇ ਆ, ਚਰਚ ਛੱਡ ਕੇ ਚਲੇ ਜਾਂਦੇ ਆ, ਪਰ ਫਿਰ ਵੀ ਐਸਾ ਕੁਝ ਨਹੀਂ ਕਿ ਉਹਦੇ ਵਿੱਚੋਂ ਰਿਮੂਵ ਕੀਤਾ ਜਾਏ, ਕਿਉਂਕਿ ਪਾਸਟਰ ਕਹਿੰਦੇ ਕਿ ਉਹ ਕਦੇ ਉਹ ਹੈ ਤੇ ਸਾਈਪਰਸ ਦੇ ਵਿੱਚ ਹੀ, ਉਹ ਸਾਰੇ ਉੱਥੇ ਨੇ, ਤੇ ਕਦੇ ਨਾ ਕਦੇ ਤਾਂ ਉਹਨਾਂ ਦਾ ਮਨ ਬਦਲੇਗਾ ਤੇ ਉਹ ਚਰਚ ਦੇ ਵਿੱਚ ਵਾਪਸ ਆਉਣਗੇ। Amen, amen. We move on to a little bit different things now. It's important that the people we work with, and especially those who are difficult, we must try to genuinely praise them when they are doing something good and something right. ਤੇ ਹੁਣ ਥੋੜਾ ਜਿਹਾ ਇੱਕ ਹੋਰ ਪਾਸੇ ਚੱਲਣਾ ਚਾਹੁੰਦਾ ਮੈਂ, ਕਿ ਜੇ ਮੰਨ ਲਓ ਕਿ ਕੁਝ ਜੋ ਵੀ ਕਲੀਸਿਆ 'ਚ ਲੋਕੀ ਹੈਗੇ ਆ, ਠੀਕ ਹੈ, ਪਰ ਫਿਰ ਵੀ ਉਹ ਕੁਝ ਚਾਹੇ ਛੋਟਾ ਚਾਹੇ ਵੱਡਾ ਉਹ ਕੁਝ ਚੰਗਾ ਕਰਦੇ ਆ, ਤੇ ਬਹੁਤ ਜ਼ਰੂਰੀ ਹੈ ਕਿ ਉਹਨਾਂ ਨੂੰ ਐਪਰੀਸ਼ੀਏਟ ਕਰਨਾ, ਉਹਨਾਂ ਨੂੰ ਉਸ ਚੀਜ਼ ਦੇ ਲਈ ਉਹਨਾਂ ਨੂੰ ਪ੍ਰੋਤਸਾਹਿਤ ਕਰਨਾ ਕਿ ਹਾਂ ਕਿ ਤੁਸੀਂ ਠੀਕ ਕੀਤਾ। And when the praise is given, it should be genuine praise. It's not just halke se nahi, not lightly. ਜਦੋਂ ਤੁਸੀਂ ਆਪਾਂ ਉਹਨਾਂ ਨੂੰ ਪ੍ਰੇਜ਼ ਕਰਦੇ ਆ ਜਾਂ ਫਿਰ ਉਹਨਾਂ ਨੂੰ ਬੜਾਈ ਕਰਦੇ ਆ, ਤੇ ਸਿਰਫ ਐਵੇਂ ਨਹੀਂ ਕਿ ਜਸਟ ਸਿਰਫ ਇੱਕ ਫਾਰਮੈਲਿਟੀ ਜਾਂ ਫਿਰ ਇੱਕ ਕਹਿਣ ਸ਼ਬਦਾਂ ਦੇ ਨਾਲ ਹੋਏ, ਬਟ ਇਹ ਜੈਨੂਇਨ ਆਪਣੇ ਦਿਲ ਤੋਂ ਹੋਣੀ ਚਾਹੀਦੀ ਹੈ। All people need affirming. Affirming is very important. ਤੇ ਹਰ ਇੱਕ ਨੂੰ ਚੰਗਾ ਲੱਗਦਾ ਕਿ ਉਹਨੂੰ ਅਫਰਮ ਕੀਤਾ, ਇੱਕ ਉਹਨੂੰ ਕਿਹਾ ਜਾਏ ਕਿ ਉਹ ਸੱਚਮੁੱਚ ਠੀਕ ਹੈ। Even children, they need affirming from the parents. Wives need that. Husbands need that from their wives. And the pupils need that from their teachers. Or the employees need from their employers. ਤੇ ਉਹਨਾਂ ਨੂੰ ਪੱਕਾ ਕਰਨਾ, ਇੱਕ ਸੁਨਿਸ਼ਚਿਤ ਕਰਨਾ ਉਹਨਾਂ ਨੂੰ ਕਿ ਹਾਂ ਕਿ ਇਹ ਸੱਚਮੁੱਚ ਹੈ। ਤੇ ਹਾਲਾਂਕਿ ਬੱਚੇ ਵੀ ਐਵੇਂ ਉਮੀਦ ਕਰਦੇ ਕਿ ਪੇਰੈਂਟਸ ਤੋਂ ਕਿ ਸਾਨੂੰ ਉਹ ਅਫਰਮੇਸ਼ਨ ਕਰਨ, ਸਾਨੂੰ ਸੁਨਿਸ਼ਚਿਤ ਕਰਨ ਕਿ ਹਾਂ ਇਹ ਠੀਕ ਹੈ, ਤੇ ਪੱਕਾ ਕਰਨਾ ਕਿਸੇ ਨੂੰ। ਤੇ ਜੋ ਹਸਬੈਂਡਸ ਹੈ ਉਹ ਆਪਣੇ ਪਾਰਟਨਰਸ ਤੋਂ ਸੇਮ ਐਕਸਪੈਕਟ ਕਰਦੇ ਆ। ਤੇ ਇਸੇ ਤਰੀਕੇ ਜਦੋਂ ਆਪਾਂ ਜੌਬ ਦੇ ਲਈ ਵੀ ਜਾਂਦੇ ਆ, ਤੇ ਜੋ EMPLOYER ਹੈ ਉਹ ਆਪਣੇ ਤੋਂ ਉਮੀਦ ਕਰਦਾ ਕਿ ਆਪਾਂ ਇੰਟਰਵਿਊ ਦੇ ਵਿੱਚ ਉਹਨੂੰ ਕੁਝ ਐਸਾ ਸ਼ੋ ਕਰੀਏ ਕਿ ਹਾਂ ਕਿ ਇੱਕ ਸਥਿਰਤਾ ਸ਼ੋ ਕਰੀਏ। And so when you affirm people, you start even having a sort of a close bond with them, which is of love and which is of a friendship. ਜਦੋਂ ਆਪਾਂ ਐਸਾ ਕਰਦੇ ਆ ਤੇ ਇੱਕ ਕੀ ਇਹਦੇ ਨਾਲ ਆਪਾਂ ਨੂੰ ਇੱਕ ਮਦਦ ਮਿਲਦੀ ਹੈ, ਉਸ ਇਨਸਾਨ ਦੇ ਨਾਲ ਇੱਕ ਬੌਂਡ ਬਣ ਜਾਂਦਾ, ਇੱਕ ਰਿਸ਼ਤਾ ਆਪਾਂ ਕਾਇਮ ਕਰ ਸਕਦੇ ਆ ਜਿਹਦੇ 'ਚ ਵਿਸ਼ਵਾਸ ਕਰ ਸਕਦੇ ਆ। Now, it is very important to affirm people before you correct them as well. Sometimes you just want to correct people, and when we do that, it will not work many times. But if we affirm people, show them love, and then affirmation can lead to correction that will bear fruit. ਮੈਨੂੰ ਹੁੰਦਾ ਕਿ ਆਪਾਂ ਨੂੰ ਜਦੋਂ ਆਪਾਂ ਕਿਸੇ ਨਾਲ ਗੱਲ ਵੀ ਕਰਨੀ ਹੈ, ਕਿਸੇ ਦੀ ਗਲਤੀ ਬਾਰੇ ਜਾਂ ਫਿਰ ਕੁਝ ਵੀ ਆਪਾਂ ਕਿਸੇ ਨਾਲ ਗੱਲ ਬਾਤ ਵੀ ਕਰਨੀ ਹੈ, ਸਮਝਾਉਣਾ ਵੀ ਹੈ ਕਿਸੇ ਨੂੰ, ਤਾਂ ਉਸ ਤੋਂ ਪਹਿਲਾਂ ਵੀ ਆਪਾਂ ਨੂੰ ਸੁਨਿਸ਼ਚਿਤ ਕਰ ਲੈਣਾ, ਆਪਾਂ ਨੂੰ ਇੱਕ ਸਥਿਤ ਇੱਕ ਪੱਕਾ ਕਰ ਲੈਣਾ, ਤਾਂ ਕਿ ਜਦੋਂ ਆਪਾਂ ਉਹਦੇ ਨਾਲ ਗੱਲ ਕਰਾਂਗੇ ਉਹ ਕਨਫਰਮੇਸ਼ਨ ਲੈ ਕੇ ਆਏ ਉਸ ਚੀਜ਼ ਦੇ ਥਰੂ, ਤਾਂ ਕਿ ਉਹ ਫਰੂਟਫੁਲ ਹੋਏ, ਉਹ ਫਲ ਲੈ ਕੇ ਆਏ। ਉਸ ਚੀਜ਼ ਦਾ ਐਵੇਂ ਨਾ ਹੋਏ ਕਿ ਆਪਾਂ ਕੋਈ ਗੱਲ ਕਰਨ ਗਏ ਆ ਤੇ ਉਹਦਾ ਕੋਈ ਕਹਿ ਲਓ ਕਿ ਉਹ ਗੱਲ ਪੱਕੀ ਨਹੀਂ ਹੈ, ਕੋਈ ਮੀਨਸ, ਤੇ ਉਸ ਚੀਜ਼ ਨੂੰ ਆਪਾਂ ਉਹ ਕਨਫਰਮ ਕਰਨ ਦੇ ਲਈ ਉਹ ਕਨਫਰਮੇਸ਼ਨ ਆਏ ਤੇ ਫਿਰ ਫਰੂਟਫੁਲ ਹੋਏਗੀ ਉਹ। And so it's important to affirm people, so it gives them the appreciation. You build them up, and when you are doing it in a genuine way, then when you have an issue of correction as well, like I would not just ring people and start correcting them, and because I have friendship with you and I try and affirm you, I praise you as much as I can. I believe when I correct you, I believe it is taken in a positive sense. Even people might not like it, and same thing for me. If my pastor has to tell me something, or he needs to correct me, which doesn't happen a lot because I've been a good student. I think it's important to understand that it is coming out of love rather than just a correcting spirit. ਕਿ ਪਾਸਟਰ ਕਹਿ ਰਹੇ ਕਿ ਜਿਵੇਂ ਤੁਸੀਂ ਦੇਖਿਆ ਹੋਵੇਗਾ ਕਿ ਮੰਨ ਲਓ ਮੈਂ ਕਿਸੇ ਨੂੰ ਕੁਝ ਸਿਖਾਉਣਾ ਵੀ ਹੈ ਜਾਂ ਫਿਰ ਕਿਸੇ ਨੂੰ ਕਰੈਕਟ ਕਰਨਾ, ਸਮਝਾਉਣਾ ਹੈ, ਤੇ ਮੈਂ ਡਾਇਰੈਕਟ ਫੋਨ ਕਰਕੇ ਉਹਨੂੰ ਨਹੀਂ ਕਿ ਹਾਂ ਇਹ ਤੇਰੀ ਮਿਸਟੇਕ ਸੀਗੀ ਤੇ ਕਰੈਕਟ ਕਰ, ਪਰ ਉਹ ਕਿ ਪ੍ਰੇਮ ਦੇ ਨਾਲ ਉਸ 'ਚ ਇੱਕ ਜੈਨੂਇਨ ਲਵ ਹੋਣਾ ਚਾਹੀਦਾ, ਇੱਕ ਅਫਰਮੇਸ਼ਨ ਹੋਣੀ ਚਾਹੀਦੀ ਹੈ, ਇੱਕ ਸਥਿਰਤਾ ਹੋਣੀ ਚਾਹੀਦੀ ਹੈ ਕਿ ਜਦ ਵੀ ਉਹ ਆਪਾਂ ਨੂੰ ਸਮਝਾਉਂਦੇ ਆ। ਪਾਸਟਰ ਜੀ ਨੇ ਕਿਹਾ ਕਿ ਕਈ ਵਾਰੀ ਐਵੇਂ ਨਹੀਂ ਆਪਾਂ ਨੂੰ ਲੱਗਦਾ ਕਿ ਉਹਨਾਂ ਨੇ ਆਪਾਂ ਨੂੰ ਡਾਂਟਿਆ ਜਾਂ ਫਿਰ ਉਹਨਾਂ ਨੇ ਆਪਾਂ ਨੂੰ ਕੁਝ ਮੀਨਸ ਆਪਾਂ ਨੂੰ ਹਾਰਡਲੀ ਕਹਿ ਦਿੱਤਾ, ਬਟ ਸਭ ਨੂੰ ਪਤਾ ਹੁੰਦਾ ਕਿ ਹਾਂ ਇੱਕ ਪ੍ਰੇਮ ਦੇ ਨਾਲ ਹੈ। ਤੇ ਇਹ ਵਾਲਾ ਬੌਂਡ ਬਣਾਉਣਾ ਬਹੁਤ ਜ਼ਰੂਰੀ ਹੈ ਕਿ ਜਦ ਤੁਸੀਂ ਕਿਸੇ ਨੂੰ ਕਰੈਕਟ ਕਰੋ ਉਹ ਐਪਰੀਸੀਏਸ਼ਨ ਦੇ ਨਾਲ, ਅਫਰਮੇਸ਼ਨ ਦੇ ਨਾਲ, ਇੱਕ ਸਥਿਰਤਾ ਦੇ ਨਾਲ, ਇੱਕ ਪ੍ਰੇਮ ਦੇ ਨਾਲ ਹੋਵੇ।
Our communication should not be only with people to correct them. Our communication should be on a regular basis to appreciate them, to affirm them. And there is something else I'm going to say on these lines as well, which is going to be very powerful. ਤੇ ਸਿਰਫ ਜੋ ਆਪਣਾ ਕਮਿਊਨੀਕੇਸ਼ਨ, ਜੋ ਆਪਣੀ ਬਾਤਚੀਤ ਹੈ, ਜੋ ਆਪਣਾ ਵਾਰਤਾਲਾਪ ਹੈ, ਉਹ ਵੀ ਸਿਰਫ ਐਵੇਂ ਨਹੀਂ ਹੋਣਾ ਚਾਹੀਦਾ ਕਿ ਜਿਹਦੇ ਵਿੱਚ ਸਿਰਫ ਤੇ ਸਿਰਫ ਨੁਕਤਾਚੀਨੀ ਹੋਏ ਤੇ ਕਰੈਕਸ਼ਨਸ ਹੀ ਹੋਣ ਕਿ ਹਾਂ ਇਹ ਗਲਤ ਹੈ ਉਹ ਹੋਏ ਕਿ ਇੱਕ ਪ੍ਰੇਮ ਦੇ ਨਾਲ ਉਹਦੇ ਚ ਆਪਾਂ ਨੂੰ ਪ੍ਰੇਜ਼ ਵੀ ਕਰਨਾ ਹੈ, ਐਪਰੀਸ਼ੀਏਟ ਵੀ ਕਰਨਾ ਹੈ, ਅਗਲੇ ਨੂੰ ਉਹਨੂੰ ਪ੍ਰੋਤਸਾਹਨ ਵੀ ਕਰਨਾ, ਐਨਕਰੇਜਮੈਂਟ ਵੀ ਦੇਣੀ ਹੈ ਤੇ ਪਲੱਸ ਉਹਨੂੰ ਜਿਵੇਂ ਪਾਸਟਰ ਜੀ ਨੇ ਕਿਹਾ ਕਿ ਉਹਨੂੰ ਕਰੈਕਟ ਵੀ ਕਰਨਾ ਹੈ। And that's why communication is very important, and I put a very much stress on communication. Even when I am communicating with you guys and you will communicate to your assistants, it's important that communication has to be ongoing, and it is something a leader needs to to learn how to communicate well. ਇੱਕ ਅਗੁਵੇ ਨੂੰ ਬਹੁਤ ਜ਼ਰੂਰੀ ਹੈ ਇਹ ਸਿੱਖਣਾ ਕਿ ਇੱਕ ਕਮਿਊਨੀਕੇਸ਼ਨ, ਇੱਕ ਚੰਗੀ ਤਰ੍ਹਾਂ ਗੱਲਬਾਤ ਕਿਵੇਂ ਕਰਨੀ ਹੈ। ਉਹ ਸਿਰਫ ਐਵੇਂ ਨਹੀਂ ਕਿ ਸਿਰਫ ਕਰੈਕਸ਼ਨ ਦੇ ਟਾਈਮ ਤੇ ਜਾਂ ਫਿਰ ਕਿਸੇ ਟਾਈਮ, ਪਰ ਹਮੇਸ਼ਾ ਪਾਸਟਰ ਜੀ ਕਹਿ ਰਹੇ ਕਿ ਜਿਵੇਂ ਇੱਕ ਕਮਿਊਨੀਕੇਸ਼ਨ ਹਮੇਸ਼ਾ ਬਣਾ ਕੇ ਰੱਖਣਾ, ਕਦੇ ਉਹਨੂੰ ਐਵੇਂ ਨਹੀਂ ਕਿ ਸਿਰਫ ਕਰੈਕਸ਼ਨ ਦੇ ਟਾਈਮ 'ਚ, ਪਰ ਉਸ ਕਮਿਊਨੀਕੇਸ਼ਨ ਨੂੰ ਬਣਾ ਕੇ ਰੱਖਣਾ ਤੇ ਬਹੁਤ ਜ਼ਰੂਰੀ ਹੈ ਅਗਵੇ ਦੇ ਲਈ ਇਹ ਸਿੱਖਣਾ ਕਿ ਗੁੱਡ ਕਮਿਊਨੀਕੇਸ਼ਨ, ਇੱਕ ਚੰਗਾ ਕਮਿਊਨੀਕੇਸ਼ਨ ਦੂਸਰੇ ਨਾਲ ਕਿਵੇਂ ਕਰਨਾ ਹੈ। And if you have proper information given and you are having a regular a touch up with what has been told to you, then you will be in the flow. Otherwise you can get things wrong, and then we have problems. Like for example, if the convener is not looking at the rota properly, then they don't know what they can do on Sunday. If other ministry people are not looking at what is being given to them and they just look and then they say, oh, I will look at it later, then we will have problems between ourselves, amongst ourselves. ਕਿਉਂਕਿ ਕਈ ਦਫਾ ਐਵੇਂ ਹੁੰਦਾ ਕਿ ਕਮਿਊਨੀਕੇਸ਼ਨ ਦੇ ਚੰਗਾ ਨਾ ਹੋਣ ਦੇ ਕਾਰਨ, ਇੱਕ ਰੈਗੂਲਰ ਕਮਿਊਨੀਕੇਸ਼ਨ ਨਾ ਹੋਣ ਦੇ ਕਾਰਨ, ਜਾਂ ਆਪਾਂ ਧਿਆਨ ਨਹੀਂ ਦਿੰਦੇ ਕਿ ਚਲੋ ਕਿ ਆਪਾਂ ਬਾਅਦ ਚ ਦੇਖ ਲਾਂਗੇ ਜਾਂ ਫਿਰ ਮੈਂ ਬਾਅਦ ਚ ਜਵਾਬ ਦੇ ਦੂੰਗਾ, ਮੈਂ ਬਾਅਦ ਚ ਦੇਖ ਲੂੰਗਾ। ਤੇ ਇਸ ਕਾਰਨ ਕੀ ਹੁੰਦਾ ਹੈ ਕਿ ਜੋ ਵੀ ਆਪਾਂ ਨੂੰ ਕਹਿ ਲਓ ਕਿ ਡਿਊਟੀਜ਼ ਦਿੱਤੀ ਜਾਂਦੀ, ਕਈ ਵਾਰੀ ਆਪਾਂ ਨੂੰ ਪਤਾ ਨਹੀਂ ਹੁੰਦਾ ਕਿ ਇਹਦੇ ਲਈ ਕਮਿਊਨੀਕੇਸ਼ਨ ਬਹੁਤ ਜ਼ਰੂਰੀ ਹੈ ਕਿ ਕਿਸੇ ਨੂੰ ਕੀ ਡਿਊਟੀਜ਼ ਦਿੱਤੀਆਂ ਗਈਆਂ, ਕਿਹਦਾ ਕੀ ਕੰਮ ਹੈ, ਉਹਦੇ ਲਈ ਇੱਕ ਕਮਿਊਨੀਕੇਸ਼ਨ ਬਹੁਤ ਜ਼ਰੂਰੀ ਹੈ। We will have less problems if all will communicate very well. That is, that you to me and you to the others and they to you. ਜੇ ਆਪਣੇ ਸਾਰਿਆਂ ਦੇ ਵਿੱਚ ਕਮਿਊਨੀਕੇਸ਼ਨ ਬਹੁਤ ਵਧੀਆ ਹੋਏਗਾ, ਚਲੋ ਕੋਈ ਪ੍ਰੋਬਲਮਸ ਵੀ ਆਈ ਆ ਕੁਝ ਵੀ, ਤੇ ਕਮਿਊਨੀਕੇਸ਼ਨ ਜੇ ਆਪਣਾ ਬਹੁਤ ਵਧੀਆ ਹੋਏਗਾ ਤੇ ਉਹ ਹੈਲਪ ਕਰੇਗਾ ਆਪਾਂ ਨੂੰ। ਤਾਂ ਪਾਸਟਰ ਜੀ ਦੇ ਵਿੱਚ ਤੇ ਆਪਾਂ ਨੂੰ ਵੀ, ਤੇ ਜੋ ਅੱਗੇ ਆਪਾਂ ਕਿਸੇ ਨੂੰ ਜੋ ਸਿਖਾਉਂਦੇ ਆ, ਜੋ ਤੁਹਾਡੇ ਅਸਿਸਟੈਂਟਸ ਹੈਗੇ ਆ, ਉਹਦੇ ਨਾਲ ਵੀ ਇੱਕ ਗੁੱਡ ਕਮਿਊਨੀਕੇਸ਼ਨ ਰੱਖਣਾ। And you show a good attitude to the Lord when you are watching what is coming on the frontline team people. We have a group. Dekbal, we have a group. Helpers, we have a group. Encouragers, we have group. Evangelism, we have a group. Sound system team, we have a group. Sorry, I'm saying a lot of things. So each team, when they are looking at the communication, what is coming through, then they can be in the flow of what God wants to do and what God is doing. But if you put your groups on silent and you put your notification off and you look whenever you want to, and especially if you are having responsibility, then this is not right before God. ਬਸ ਜੀ ਬਹੁਤ ਇੰਪੋਰਟੈਂਟ ਗੱਲ ਦੱਸੀ ਕਿ ਜੇ ਮੰਨ ਲਓ ਕਿ ਜਿਵੇਂ ਉਹਨਾਂ ਨੇ ਕਿਹਾ ਕਿ ਜੋ ਫਰੰਟ ਲਾਈਨ ਟੀਮ ਮੈਂਬਰਸ ਹੈ ਉਹਨਾਂ ਦਾ ਵੀ ਇੱਕ ਗਰੁੱਪ ਹੈ, ਜੋ ਅਨਕਰੇਜਰਸ ਹੈ, ਜੋ ਹੈਲਪਰਸ ਹੈ, ਜੋ ਮੀਡੀਆ ਟੀਮ ਹੈਗੇ, ਸਭ ਦਾ ਇੱਕ ਜੋ ਗਰੁੱਪ ਹੈ। ਤੇ ਜੇ ਆਪਾਂ ਮੰਨ ਲਓ ਗਰੁੱਪ ਦੇ ਵਿੱਚ ਕੋਈ ਕਮਿਊਨੀਕੇਸ਼ਨ ਨਹੀਂ, ਆਪਾਂ ਨੋਟੀਫਿਕੇਸ਼ਨ ਵੀ ਆਫ ਹੈ ਜਾਂ ਫਿਰ ਐਵੇਂ ਸੋਚਦੇ ਆ ਕਿ ਹਾਂ ਮੈਂ ਬਾਅਦ ਵਿੱਚ ਚੈੱਕ ਕਰੂੰਗੀ, ਦੇਖ ਲਵਾਂਗੇ ਆਪਾਂ ਬਾਅਦ ਵਿੱਚ, ਤੇ ਉਹ ਕੀ ਹੈ ਕਿ ਕਮਿਊਨੀਕੇਸ਼ਨ ਗੈਪ ਆ ਜਾਏਗਾ, ਕਿ ਆਪਣਾ ਫਲੋ ਨਹੀਂ ਰਹੇਗਾ। ਤੇ ਬਹੁਤ ਜ਼ਰੂਰੀ ਹੈ ਕਿ ਉਸ ਕਮਿਊਨੀਕੇਸ਼ਨ ਨੂੰ ਗਰੁੱਪ ਦੇ ਵਿੱਚ ਵੀ, ਵਿਦਿਨ ਗਰੁੱਪ ਦੇ ਵਿੱਚ ਵੀ ਤੇ ਜੋ ਬਾਹਰ ਉਹਦੇ ਨਾਲ ਵੀ ਬਣਾ ਕੇ ਰੱਖਣਾ ਉਸ ਚੀਜ਼ ਨੂੰ। So we're talking about difficult people and problem people. So don't become a problem people or a problem leader. Be a good leader or a good person with communication. ਜੋ ਹੈ ਆਪਣਾ ਉਹ ਹੈਗਾ ਕਿ ਪ੍ਰੋਬਲਮੈਟਿਕ, ਜੋ ਇੱਕ ਸਮੱਸਿਆ ਕਰਨ ਵਾਲੇ, ਸਮੱਸਿਆ ਪੈਦਾ ਕਰਨ ਵਾਲੇ, ਮੁਸ਼ਕਿਲਾਂ ਲੈਣ ਵਾਲੇ ਲੋਕੀ, ਉਹਨਾਂ ਨਾਲ ਕਿਵੇਂ ਹੈਂਡਲ ਕਰਨਾ, ਤੇ ਆਪਾਂ ਨੂੰ ਇਹ ਨਹੀਂ ਪੜਨਾ, ਇੱਕ ਮੁਸ਼ਕਿਲ ਵਾਲਾ ਬੰਦਾ ਨਹੀਂ ਬਣਨਾ। There is a saying in the Christian circles, and that is affection before correction or direction.
ਇੱਕ ਇੰਗਲਿਸ਼ ਦੇ ਵਿੱਚ ਇੱਕ ਚੀਜ਼ ਕਹਿੰਦੇ ਆ ਕਿ ਕਰੈਕਸ਼ਨ ਤੋਂ ਪਹਿਲਾਂ ਅਫੈਕਸ਼ਨ, ਕਿ ਇੱਕ ਪ੍ਰੇਮ ਆਉਂਦਾ ਹੈ, ਇੱਕ ਮੀਨਸ ਜੋ ਜੇ ਆਪਾਂ ਕਿਸੇ ਨੂੰ ਕਰੈਕਟ ਕਰਨਾ ਉਸ ਤੋਂ ਪਹਿਲਾਂ ਆਪਾਂ ਨੂੰ ਪ੍ਰੇਮ ਦੇ ਵਿੱਚ ਆਉਣਾ ਹੈ। ਤੇ एक इंग्लिश ਦੇ ਵਿੱਚ ਹੈ बट कोशिश करो। हाँ, affection enables you to do correction and then gives and to give direction. ਤੇ ਜੋ ਇੱਕ ਪ੍ਰੇਮ ਹੈ ਨਾ, ਉਹਦੇ ਦੁਆਰਾ ਕੀ ਆਪਾਂ ਬੰਦੇ ਨੂੰ ਕਰੈਕਟ ਕਰ ਸਕਦੇ ਹਾਂ। ਤੇ ਜਦੋਂ ਕਰੈਕਸ਼ਨ ਆਉਂਦੀ ਹੈ ਉਹ ਆਪਾਂ ਨੂੰ ਇੱਕ ਆਪਣੇ ਲਈ ਇੱਕ ਦਿਸ਼ਾ ਨਿਰਧਾਰਿਤ ਕਰਦੀ ਹੈ, ਆਪਣੇ ਲਈ ਇੱਕ ਦਿਸ਼ਾ ਸਾਫ਼ ਹੋ ਜਾਂਦੀ ਹੈ ਜਿਸ ਡਾਇਰੈਕਸ਼ਨ 'ਚ ਆਪਾਂ। It is going together with affirmation as well, as we were talking earlier on about affirmation and then correction. In the same way, affection, then correction, and then direction. ਇੱਕ ਜੋ ਆਪਾਂ ਪਹਿਲਾਂ ਜਿਹਦੇ ਬਾਰੇ ਪੜਿਆ ਕਿ ਅਫਰਮੇਸ਼ਨ, ਇੱਕ ਸਥਿਰਤਾ, ਇੱਕ ਐਪਰੀਸੀਏਸ਼ਨ, ਉਹ ਵੀ ਬਹੁਤ ਜ਼ਰੂਰੀ ਹੈ। ਤੇ ਇੱਕ ਉਹਦੇ ਨਾਲ ਹੀ ਮੇਲ ਖਾਂਦੀ ਹੋਈ ਗੱਲ ਹੈ ਕਿ ਜਦੋਂ ਆਪਾਂ ਅਫੈਕਸ਼ਨ ਦੇ ਵਿੱਚ ਹੁੰਦੇ ਆ, ਪ੍ਰੇਮ, ਉਹਦੇ ਨਾਲ ਕਰੈਕਸ਼ਨ ਹੁੰਦੇ ਆ, ਫਿਰ ਕਰੈਕਸ਼ਨ ਜਦੋਂ ਆਪਾਂ ਲੈ ਕੇ ਆਨੇ ਉਦੋਂ ਇੱਕ ਡਾਇਰੈਕਸ਼ਨ ਆਉਂਦੀ ਹੈ। Also, attack will be another thing that you will face in your ministry life as a leader from people. There will be people always who will attack you for whatever sort of reasons, for whatever sort of things. Be prepared. Attacks will come upon you. I have them almost every week, not every week, many times. You did this, pastor. You did that. You didn't call me, or you didn't show my picture during the presentation. You didn't do this. You didn't that. Be prepared to face attacks from people, but if you genuinely do something wrong, be ready to say, I am sorry. दूसरी जो चीज है जो पासेज जैसे ओके अटैक्स, एक सेवकाई ਦੇ ਵਿੱਚ ਜਾਂ ਫਿਰ ਜੋ ਅਗਵਾ ਹੈ ਉਹ ਸੱਚ ਉਹਦੇ ਉੱਪਰ ਬਹੁਤ ਸਾਰੇ ਅਟੈਕਸ ਆਉਣਗੇ। ਤੇ ਪਾਸੇ ਦੱਸ ਰਹੇ ਕਿ ਇਸ ਦੌਰਾਨ ਵੀ, ਇਹਨਾਂ ਦੌਰਾਨ ਵੀ ਕਿੰਨੀ ਵਾਰੀ ਕਿ ਲੀਗਸ ਦੇ ਵਿੱਚ ਕਿ ਹਰ ਵਾਰੀ ਐਵੇਂ ਕੋਈ ਨਾ ਕੋਈ ਅਟੈਕ ਜ਼ਰੂਰ ਹੁੰਦਾ ਕਿ ਲੋਕੀ ਕਹਿਣਗੇ ਕਿ ਕੋਈ ਵੀ ਆਪਣੇ ਵਿੱਚੋਂ ਹੀ ਕਹਿ ਸਕਦਾ ਹੈ ਜਾਂ ਫਿਰ ਜੋ ਵੀ ਅਟੈਕ ਹੋਏਗਾ ਉਹ ਜ਼ਰੂਰ ਆਏਗਾ ਅਗਵੇ ਦੇ ਉੱਪਰ, ਕਲੀਸਿਆ ਦੇ ਉੱਪਰ। ਤੇ ਉਹਦੇ ਲਈ ਪਾਸਟਰ ਕਹਿ ਰਹੇ ਕਿ ਤਿਆਰ ਰਹਿਣਾ, ਪਰ ਜੇ ਆਪਣੇ ਤੋਂ ਗਲਤੀ ਹੋਈ ਹੈ ਤੇ ਉਸ ਚੀਜ਼ ਦੇ ਲਈ ਵੀ ਤਿਆਰ ਰਹਿਣਾ ਕਿ ਆਪਾਂ ਹੰਬਲ ਹੋ ਕੇ, ਦੀਨ ਹੋ ਕੇ ਮੰਨ ਸਕੀਏ ਕਿ ਹਾਂ ਮੇਰੀ ਵੀ ਗਲਤੀ ਸੀ। ਤੇ ਲੋਕੀ ਦੋਸ਼ ਲਗਾ ਸਕਦੇ ਆ ਕਿ ਤੁਸੀਂ ਮੈਨੂੰ ਮੇਰੀ ਪਿਕਚਰ ਉੱਤੇ ਨਹੀਂ ਲਗਾਈ, ਜਾਂ ਫਿਰ ਮੀਨਸ ਮੈਨੂੰ ਰਿਜੈਕਟ ਕੀਤਾ, ਜਾਂ ਫਿਰ ਮੈਨੂੰ ਕਾਲ ਨਹੀਂ ਕੀਤਾ, ਮੇਰੇ ਨਾਲ ਗੱਲਬਾਤ ਨਹੀਂ ਕੀਤੀ, ਕੋਈ ਵੀ ਦੋਸ਼ ਲਗਾਏ ਜਾ ਸਕਦੇ ਆ। I mean, we had two situations in our church, and they were genuine situations. One was I will tell you, this is personal for me, but I will share it here. In 2019 December, ਤੇ ਪਾਸਟਰ ਜੀ ਕਹਿ ਰਹੇ ਕਿ sorry, 2020 December. ਪਾਸਟਰ ਜੀ ਆਪਾਂ ਨੂੰ ਇੱਕ ਸ਼ੇਅਰ ਕਰ ਰਹੇ ਹੋ, ਕਹਿ ਰਹੇ ਕਿ ਪਰਸਨਲ ਹੈ ਬਟ ਫਿਰ ਵੀ ਸ਼ੇਅਰ ਕਰਨਾ ਚਾਹਾਂਗੇ ਕਿ ਦਸੰਬਰ ਦੇ ਵਿੱਚ 2020 ਦੇ ਵਿੱਚ there was the church end of the year a Zoom meeting in our church. Because of COVID, it was Zoom, and the highlights of the whole year and what happened during the whole year. Lots of things happened in the whole year, and one of the things that had happened was that my mother had passed away. ਤੇ ਜੋ ਇਸ ਦੌਰਾਨ ਜੋ ਸਾਲ ਦੇ ਅੰਤ ਦੇ ਵਿੱਚ ਜਦੋਂ ਆਪਾਂ ਜ਼ੂਮ ਮੀਟਿੰਗ ਕਰਨੀ ਸ਼ੁਰੂ ਕੀਤੀ, ਤੇ ਕਿਉਂਕਿ ਕੋਵਿਡ ਕਰਕੇ ਜ਼ੂਮ ਦੇ ਵਿੱਚ ਆਣਾ ਸ਼ੁਰੂ ਹੋ ਗਏ ਸੀ, ਤੇ ਜੋ ਉਸ ਦੌਰਾਨ ਦਸੰਬਰ ਦੇ ਵਿੱਚ ਤੇ ਉਸ ਦੌਰਾਨ ਉਹਨਾਂ ਸਮੇਂ ਦੇ ਵਿੱਚ ਕੀ ਹੋਇਆ ਸੀਗਾ ਕਿ ਜੋ ਮਦਰ ਹੈਗੇ ਜੋ ਪਾਸਟਰ ਜੀ ਦੇ, ਉਹ ਪ੍ਰਭੂ ਦੇ ਕੋਲ ਚਲੇ ਗਏ। Now my brother is one of the deacons in the church. He's got he had a very important role for last 20 years. He's been a deacon in the church and a very faithful one. ਉਹ ਬ੍ਰਦਰ ਹੈਗੇ ਜੋ ਪਾਸਟਰ ਜੀ ਦੇ, ਉਹ ਲਗਭਗ ਪਿਛਲੇ 20 ਸਾਲਾਂ ਤੋਂ ਉਸ ਕਲੀਸਿਆ ਦੇ ਵਿੱਚ ਇੱਕ ਡੀਕਨ ਹੈਗੇ ਆ। And he did not really appreciate the fact that my mother sort of being part of the church and linked to the church, that the whoever did the presentation didn't show my mom's photo, because that was like part of the church thing, that what had happened in the year, and he didn't really like it because he felt it was disrespectful that we are working hard for the church, we are giving ourselves to the church, and what was why my mom's photo was not shown when she's been so much part of the church. ਤੇ ਬ੍ਰਦਰ ਨੂੰ ਬੜਾ ਫੀਲ ਹੋਇਆ, ਜੋ ਪਾਸਟਰ ਜੀ ਦੇ ਬ੍ਰਦਰ, ਉਹਨਾਂ ਨੂੰ ਬੜਾ ਕਹਿ ਲੋ ਕਿ ਫੀਲ ਹੋਇਆ ਕਿ ਕਿਉਂਕਿ ਉਹ ਪਾਰਟ ਸੀਗੇ ਉਸ ਚਰਚ ਦਾ, ਉਸ ਕਲੀਸਿਆ ਦਾ ਪਾਰਟ ਸੀਗੇ ਪਿਛਲੇ 20 ਸਾਲਾਂ ਤੋਂ,
ਤੇ ਮਦਰ ਵੀ ਜੋ ਕਿ ਜਾਣਦੇ ਸੀਗੇ ਉੱਥੇ ਇੱਕ ਹਿੱਸਾ ਸੀਗੇ, ਇੱਕ ਫੈਮਿਲੀ ਦੀ ਤਰ੍ਹਾਂ ਉਹਨਾਂ ਦਾ ਹਿੱਸਾ ਸੀ ਤੇ ਉਹ ਬਹੁਤ ਮੇਨ ਕੰਮ ਉੱਥੇ ਕਰ ਰਹੇ ਸੀਗੇ ਜੋ ਬ੍ਰਦਰ ਹੈਗੇ। ਤੇ ਉਹਨਾਂ ਨੂੰ ਬਾਅਦ ਚ ਬੜਾ ਫੀਲ ਹੋਇਆ ਕਿ ਕਦੇ ਵੀ ਐਵੇਂ ਨੇ ਕਿਉਂ ਨਹੀਂ ਹੋਇਆ ਕਿ ਮੀਨਸ ਇੱਕ ਪਿਕਚਰ ਤੱਕ, ਇੱਕ ਉਹਨਾਂ ਦੇ ਮਦਰ ਦੀ ਇੱਕ ਫੋਟੋ ਤੱਕ ਵੀ ਉਹਨਾਂ ਨੇ ਕਦੇ ਉਸ 'ਚ ਦਿਖਾਈ ਨਹੀਂ, ਐਡ ਨਹੀਂ ਕੀਤੀ। ਹਾਲਾਂਕਿ ਉਹਨਾਂ ਦੇ ਜੋ ਬੱਚੇ ਹੈ ਜੋ ਇੱਕ ਐਜ਼ ਅ ਪਰਿਵਾਰ ਕਿ ਉਹ ਇੰਨਾ ਕੰਮ ਕਰ ਰਹੇ ਹੈ ਉੱਤੇ ਤੇ ਅਟੈਚ ਹੈ, ਪਰ ਉਹਨਾਂ ਨੂੰ ਇਸ ਚੀਜ਼ ਦੇ ਲਈ ਬੜਾ ਹਰਟ ਹੋਇਆ। And there was another pastor friend of the church who is not really in touch with the church, and his photo was shown that he had died. And for my brother, it was like the pastor doesn't even is not even in contact with us, and he was shown. And my mom, who is been part of the church, and we are the children who are serving in the church, and her photo was not shown, so he felt it. ਤੇ ਜੋ ਬ੍ਰਦਰ ਹੈ ਉਹਨਾਂ ਨੂੰ ਇਸ ਗੱਲ ਦੇ ਲਈ ਬੜਾ ਦੁੱਖ ਲੱਗਿਆ ਕਿ ਜੋ ਪਾਸਟਰ ਸੀਗੇ, ਇੱਕ ਹੋਰ ਪਾਸਟਰ ਸੀ ਜੋ ਕਿ ਪ੍ਰਭੂ ਦੇ ਕੋਲ ਚਲੇ ਗਏ ਤੇ ਉਹਨਾਂ ਦੀ ਫੋਟੋ ਉੱਥੇ ਦਿਖਾਈ ਗਈ ਕਿ ਹਾਂ ਕਿ ਇਹਨਾਂ ਦੇ ਨਾਲ ਐਵੇਂ ਹੋਇਆ। ਬਟ ਆਂਟੀ ਜੀ ਦੀ ਜੋ ਮਦਰ ਹੈਗੇ, ਜੋ ਪਾਸਟਰ ਜੀ, ਉਹਨਾਂ ਦੇ ਨਹੀਂ ਦਿਖਾਈ ਗਈ। ਤੇ ਬ੍ਰਦਰ ਨੂੰ ਇਸ ਚੀਜ਼ ਦੇ ਲਈ ਬੜਾ ਫੀਲ ਹੋਇਆ ਕਿ ਉਹ ਇੱਕ ਪਾਰਟ ਹੈਗੇ ਉਸ ਕਲੀਸਿਆ ਦਾ, ਉਸ ਚਰਚ ਦਾ, ਤੇ ਫਿਰ ਵੀ ਇੱਕ ਉਹਨਾਂ ਦੀ ਇੱਕ ਪਿਕਚਰ ਵੀ ਇਨਕਲੂਡ ਨਹੀਂ ਕੀਤੀ ਗਈ ਹੈ। Now, I also felt it, but because I'm at a different level, I'm part of the eldership team, and to maintain the peace, I didn't say much. But my brother, when he got an opportunity to speak to Pastor Mike, he expressed that, and Pastor Mike felt very sorry that that didn't happen. And in fact, Pastor Mike had no idea who had made the presentation, and so Pastor Mike took the responsibility and said sorry to my brother. ਹਾਲਾਂਕਿ ਪਾਸਟਰ ਜੀ ਕਹਿ ਰਹੇ ਹੈ ਕਿ ਉਹਨਾਂ ਨੂੰ ਵੀ ਫੀਲ ਹੋਇਆ, ਬਟ ਉਹ ਇਹ ਕਹਿ ਰਹੇ ਕਿ ਮੈਂ ਇੱਕ ਵੱਖਰੇ ਲੈਵਲ ਤੇ ਸੀਗਾ ਕਿ ਮੈਂ ਉਸ ਚੀਜ਼ ਨੂੰ ਦੂਸਰੇ ਤਰੀਕੇ ਸਮਝਦਾ ਤੇ ਵੱਖਰੇ ਲੈਵਲ ਤੇ ਸੀਗਾ। ਪਰ ਜੋ ਬ੍ਰਦਰ ਸੀਗੇ ਪਾਸਟਰ ਜੀ ਦੇ, ਉਹਨਾਂ ਨੇ ਜਾ ਕੇ ਪਾਸਟਰ ਮਾਈਕ ਦੇ ਨਾਲ ਗੱਲ ਕੀਤੀ, ਉਹਨੂੰ ਜ਼ਾਹਿਰ ਕੀਤਾ ਕਿ ਮੈਨੂੰ ਇਸ ਤਰੀਕੇ ਇਸ ਚੀਜ਼ ਤੋਂ ਮੀਨਸ ਚੰਗਾ ਨਹੀਂ ਲੱਗਿਆ। ਤੇ ਪਾਸਟਰ ਮਾਈਕ ਨੇ ਐਡਮਿਟ ਕੀਤਾ ਇਸ ਚੀਜ਼ ਨੂੰ ਕਿ ਹਾਂ ਕਿ ਇਹ ਗਲਤੀ ਹੋਈ ਹੈ, ਇਸ ਤਰੀਕੇ ਨਹੀਂ ਹੋਣਾ ਚਾਹੀਦਾ ਸੀ। ਹਾਲਾਂਕਿ ਪਾਸਟਰ ਮਾਈਕ ਨੂੰ ਪਤਾ ਵੀ ਨਹੀਂ ਸੀਗਾ ਕਿ ਜਿਨ੍ਹਾਂ ਨੇ ਪ੍ਰੈਜੈਂਟੇਸ਼ਨ ਬਣਾਈ ਹੈ ਕਿ ਪ੍ਰੈਜੈਂਟੇਸ਼ਨ ਉਹਨਾਂ ਨੇ ਨਹੀਂ ਬਣਾਈ, ਕਿਸੇ ਹੋਰ ਨੇ ਬਣਾਈ ਸੀ। ਤੇ ਫਿਰ ਵੀ ਉਹਨਾਂ ਨੇ ਚਲੋ ਐਡਮਿਟ ਕੀਤਾ ਉਸ ਚੀਜ਼ ਦੇ ਲਈ ਕਿ ਗਲਤੀ ਹੋਈ ਹੈ ਤੇ ਜੋ ਪ੍ਰੈਜੈਂਟੇਸ਼ਨ ਜਿਨ੍ਹਾਂ ਨੇ ਬਣਾਈ ਸੀ ਉਹਦੇ ਨਾਲ ਜਾ ਕੇ ਗੱਲਬਾਤ ਕੀਤੀ। And one good thing my brother did was that he did not spread rumors about it. He didn't go on telling others, oh, this is what happened. He just spoke to me, and then at the right time he spoke to Pastor Mike, and it was dealt. ਜੋ ਇੱਕ ਚੰਗੀ ਚੀਜ਼ ਜੋ ਮੇਰੇ ਬ੍ਰਦਰ ਨੇ ਕੀਤੀ ਉਹ ਇਹ ਕਿ ਉਹਨਾਂ ਨੇ ਅਫਵਾਹ ਨਹੀਂ ਫੈਲਾਈ ਕਿ ਚਰਚ ਦੇ ਵਿੱਚ ਹਰੇਕ ਨੂੰ ਜਾ ਕੇ ਦੱਸਿਆ ਕਿ ਇਹ ਮਾੜਾ ਹੋਇਆ, ਇਸ ਤਰੀਕੇ ਨਹੀਂ ਕੀਤਾ। ਉਹਨਾਂ ਨੇ ਜਾ ਕੇ ਪਾਸਟਰ ਮਾਈਕ ਦੇ ਨਾਲ ਗੱਲ ਕੀਤੀ ਤੇ ਮੈਨੂੰ ਦੱਸਿਆ। So this is important, as I was telling you about one-to-one, doing it in a proper way. ਇਹ ਬਹੁਤ ਇੰਪੋਰਟੈਂਟ ਹੈ, ਪਾਸਟਰ ਜੀ ਕਹਿ ਰਹੇ ਕਿ ਬਹੁਤ ਜ਼ਰੂਰੀ ਹੈ, ਜਿਵੇਂ ਮੈਂ ਉਹ ਵਾਲਾ ਪੁਆਇੰਟ ਦੱਸ ਰਿਹਾ ਸੀਗਾ ਕਿ 1-to-1 ਇੱਕ ਆਮਨੇ ਸਾਹਮਣੇ ਹੋ ਕੇ ਕਿਸੇ ਨਾਲ ਗੱਲਬਾਤ ਕਰਨੀ। So a true leader and a true disciple of the Lord will put or lay his desires and ambitions aside and serve the Lord. And we pray that we will try to continue to teach our people to serve the Lord, to seek God's kingdom first, and we pray that we will have less problematic people and less problematic leaders in our church. ਤੇ ਆਪਾਂ ਲਗਾਤਾਰ ਪ੍ਰਾਰਥਨਾ ਕਰਦੇ ਰਵਾਂਗੇ ਕਿ ਜੋ ਆਪਣੀ ਕਲੀਸਿਆ ਉਹਦੇ ਵਿੱਚ ਉਹ ਸਾਰਾ ਕੁਝ ਕਿ ਇੱਕ ਪਰੇ ਰੱਖ ਕੇ ਆਪਣੀਆਂ ਇੱਛਾਵਾਂ ਜਾਂ ਫਿਰ ਆਪਣੀ ਜੋ ਮਤਲਬ ਉਹ ਸਭ ਕੁਝ ਪਰੇ ਰੱਖ ਕੇ ਸਿਰਫ ਪਰਮੇਸ਼ਵਰ ਦੀ ਉਹਦੀ ਹੋਲੀ ਸਪਿਰਿਟ ਜੋ ਕਹਿੰਦੀ ਆ ਵੈਸਾ ਕੀਤਾ ਜਾਏ ਆਗਿਆਕਾਰੀ ਦੇ ਵਿੱਚ। ਤੇ ਅਗਵਾ ਵੀ ਤੇ ਜੋ ਕਲੀਸਿਆ ਦੇ ਮੈਂਬਰਸ ਹੈ ਉਹਨਾਂ ਦੇ ਲਈ ਵੀ ਆਪਾਂ ਐਸੀ ਪ੍ਰਾਰਥਨਾ ਕਰਦੇ ਕਿ ਆਪਣਾ ਅਗਵਾ ਵੀ ਤੇ ਜੋ ਕਲੀਸਿਆ ਵਾਲੇ ਮੈਂਬਰਸ ਹੈ ਉਹ ਸਾਰੇ ਆਪਾਂ ਉਹ ਕਰ ਸਕੇ ਜੋ ਪਰਮੇਸ਼ਵਰ ਦੇ ਲਈ ਕਰਨ ਲਈ ਬੁਲਾਏ ਗਏ। Two things I want to mention quickly is we must give time to our people to listen to them. If you do not listen to them, we also could invite a lot of problems, because when you spend time with them, listening to them, a lot of things come out of their mouths and you get to know a lot of things. And sometimes there are some solutions coming out from their mouth that will help us to deal with certain situations. So listen to them rather than talking more. Listen to your people. ਦੋ ਚੀਜ਼ਾਂ ਪਾਸਟਰ ਜੀ ਕਹਿ ਰਹੇ ਕਿ ਮੈਂ ਅੰਤ ਦੇ ਵਿੱਚ ਕਹਿਣਾ ਚਾਹੂੰਗਾ ਜੋ ਬਹੁਤ ਇੰਪੋਰਟੈਂਟ ਹੈ। ਇੱਕ ਤਾਂ ਕਿ ਆਪਾਂ ਟਾਈਮ ਦੇਈਏ ਲੋਕਾਂ ਨੂੰ, ਉਹਨਾਂ ਨੂੰ ਬੋਲਣ ਦਾ, ਕਿ ਆਪਾਂ ਉਹਨਾਂ ਨੂੰ ਸੁਣੀਏ। ਜ਼ਿਆਦਾ ਕਈ ਵਾਰੀ ਆਪਾਂ ਮੀਨਸ ਆਪਾਂ ਆਪਣੀ ਤਰਫ ਤੋਂ ਨਾ ਬੋਲੀਏ ਪਰ ਆਪਾਂ ਦੂਸਰੇ ਦੀ ਵੀ ਸੁਣੀਏ, ਉਹਨਾਂ ਨੂੰ ਸਮਾਂ ਦੇਈਏ ਕਿ ਉਹ ਆਪਾਂ ਨੂੰ ਦੱਸ ਸਕਣ ਕੀ ਪ੍ਰੋਬਲਮ ਸੀ ਤੇ ਇੱਕ ਚੰਗੇ ਲਿਸਨਰ ਬਣੀਏ ਤਾਂ ਕਿ। ਤੇ ਕਈ ਵਾਰੀ ਪਾਸਟਰ ਜੀ ਕਹਿ ਰਹੇ ਕਿ ਕਈ ਵਾਰੀ ਜੋ ਅਗਲਾ ਬੰਦਾ ਜੋ ਬੋਲਦਾ ਹੈ ਉਹਦੇ ਮੂੰਹ ਤੋਂ ਕਈ ਵਾਰੀ ਸੋਲੂਸ਼ਨਸ ਵੀ ਨਿਕਲ ਆਉਂਦੇ ਆ ਤੇ ਆਪਾਂ ਨੂੰ ਕਈ ਚੀਜ਼ਾਂ ਉਹਦੇ ਦੁਆਰਾ ਆਪਾਂ ਨੂੰ ਪਤਾ ਲੱਗ ਸਕਦੀ ਹੈ ਕਿ ਕੀ ਚੱਲ ਰਿਹਾ ਕੀ ਨਹੀਂ ਚੱਲ ਰਿਹਾ।
ਤੇ ਬਹੁਤ ਸਾਰੀ ਇਨਫੋਰਮੇਸ਼ਨ ਵੀ ਮਿਲ ਸਕਦੀ ਹੈ। Amen. And finally, some people might have high expectations of certain things. We cannot make everybody happy. We try and do what God has called us to do, and we will be successful in what God has called us to do. ਕਈ ਵਾਰੀ ਐਸੇ ਵੀ ਕਿ ਜੋ ਬੜੀ ਜ਼ਿਆਦਾ ਹੀ ਐਕਸਪੈਕਟੇਸ਼ਨ ਲਗਾ ਲੈਂਦੇ, ਉਮੀਦ ਤੋਂ ਪਰੇ ਸੋਚਣ ਲੱਗ ਜਾਂਦੇ ਆ, ਤੇ ਉਹ ਜ਼ਰੂਰੀ ਨਹੀਂ ਹੈ ਕਿ ਆਪਾਂ ਉਹ ਸਾਰੀ ਜੋ ਉਹਨਾਂ ਦੀ ਐਕਸਪੈਕਟੇਸ਼ਨਸ ਹੈ, ਲੋਕੀ ਜਿਵੇਂ ਜਿਵੇਂ ਚਰਚ ਦੇ ਵਿੱਚ ਆਉਂਦੇ ਉਹ ਸਾਰਾ ਕੁਝ ਵੈਸੇ ਹੀ ਹੋਏ, ਜ਼ਰੂਰੀ ਨਹੀਂ ਉਹ ਐਕਸਪੈਕਟੇਸ਼ਨਸ ਹੋਣ, ਪਰ ਫਿਰ ਵੀ ਆਪਾਂ ਪਰਮੇਸ਼ਰ ਦੇ ਹੱਥਾਂ 'ਚ ਦਿੰਦੇ ਆ ਕਿ ਆਪਾਂ ਉਹਦੇ ਦੁਆਰਾ ਚਲਾਈ ਜਾਈਏ। As leaders, we will continue to listen to the Holy Spirit, and we will try to take the church forward as He will guide us, and His will be fulfilled for House of Glory Church, Punjabi Church. ਇੱਕ ਅਗਵਾ ਹੋਣ ਦੇ ਨਾਤੇ ਕੀ ਹੈ ਕਿ ਆਪਾਂ ਪਵਿੱਤਰ ਆਤਮਾ ਤੋਂ ਆਪਾਂ ਲਗਾਤਾਰ ਸੁਣਦੇ ਰਹੀਏ ਤੇ ਉਹ ਕਰਦੇ ਜਾਈਏ ਜੋ ਉਹ ਦੱਸ ਰਿਹਾ, ਤਾਂ ਕਿ ਜੋ ਉਹਦਾ ਜੋ ਕਹਿ ਲਓ ਮਕਸਦ ਹੈ, ਉਹ ਜੋ ਪਲਾਨ ਹੈ, ਉਹ ਇਸ ਜੋ ਵਿਜ਼ਨ ਹੈ ਜੋ ਉਹਨਾਂ ਦਾ ਉਹ ਕਲੀਸਿਆ ਦੇ ਵਿੱਚ ਹਾਊਸ ਆਫ ਗਲੋਰੀ ਚਰਚ ਦੇ ਲਈ ਉਹ ਪੂਰਾ ਹੋ ਸਕੇ। We are not perfect people. We have got our own weaknesses, but we rely on the Holy Spirit to help us in everything. ਆਪਾਂ ਸਾਰੇ ਕਿ ਕਹਿ ਲਓ ਕਿ ਪਰਫੈਕਟ ਤਾਂ ਨਹੀਂ ਆ ਸਾਰੇ ਲੋਕੀ, ਆਪਾਂ ਪੂਰੇ ਸੰਪੂਰਨ ਤਾਂ ਨਹੀਂ ਆ, ਪਰ ਫਿਰ ਵੀ ਕਹਿ ਰਹੇ ਕਿ ਹੋਲੀ ਸਪਿਰਿਟ ਆਪਾਂ ਨੂੰ ਆਪਣੀ ਜੋ ਵੀਕਨੈਸਸ ਹੈ ਉਹਦੇ ਵਿੱਚ ਆਪਾਂ ਨੂੰ ਮਦਦ ਕਰਦਾ ਅੱਗੇ ਵਧਣ ਦੇ। Amen. And when people see weaknesses in us, they need to pray for us so that God will help us. ਜੇ ਲੋਕੀ ਆਪਣੇ ਅੰਦਰ ਕੋਈ ਕਮੀਆਂ ਦੇਖਦੇ ਹੈ, ਕੋਈ ਕਮੀਆਂ ਇਕੱਠੀਆਂ ਦੇਖਦੀ ਹੈ, ਤੇ ਜ਼ਰੂਰਤ ਹੈ ਕਿ ਉਹ ਪ੍ਰਾਰਥਨਾ ਕਰਨ ਇੱਕ ਦੂਸਰੇ ਦੇ ਲਈ, ਆਪਣੇ ਲਈ ਪ੍ਰਾਰਥਨਾ ਕਰਨ, ਦੂਸਰੇ ਦੇ ਲਈ ਪ੍ਰਾਰਥਨਾ ਕਰਨ। Amen. And God bless you. ਆਮੀਨ। ਤੇ ਖੁਦਾਵੰਦ ਤੁਹਾਨੂੰ ਸਭ ਨੂੰ ਬਲੈਸ ਕਰੇ।